ਵਰਿੰਦਰ ਭਿੰਡਰ ਤੇ ਤੁਸੀਂ ਜੁੜੇ ਹੋਏ ਹੋ ਵੌਇਸ ਆਫ ਇੰਡੀਆ ਮੀਡੀਆ ਦੇ ਨਾਲ। ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਗਰਾਊਂਡ ਜ਼ੀਰੋ ਪ੍ਰੋਗਰਾਮ ਦੇ ਵਿੱਚ ਅਸੀਂ ਤਰੋ-ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਆ। ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਨਵੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਆ। ਕੀ ਹੈ ਕੈਨੇਡਾ ਅਮਰੀਕਾ ਦੇ ਵਿੱਚ ਨਸ਼ਿਆਂ ਦੇ ਵਪਾਰ ਦੀ ਚਰਚਾ, ਇਸ ਬਾਰੇ ਵੀ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ चर्चा करांगे। हम दो हमारे सिर्फ दो की है इस नारे की कहानी। पंजाब विच मुफ्त बिजली और पानी की जो होका दिता जा रहा है राजसी पार्टियां वालों, की है सारी कहानी। पंजाब विच बीजेपी की फुट दिनों दिन तिखी हुंदी जा रही है, इस बारे भी चर्चा करांगे ते अखीर विच असीं गलबात करांगे। यूपी च ब्लाक चोणां बीजेपी की वड्डी जित दे मायने की ने। सब तो पहला इस प्रोग्राम दे विच असीं हमेशा की तरह साडे नाल जुड़ते ने इस प्रोग्राम दे विच सरदार MP सिंह जी। सब तो पहला आओ उन्हां दा स्वागत करते हैं, जी आया कहने आ। तुहाडा बहुत बहुत स्वागत है जी। मेहरबानी भिंडर साहब। इस प्रोग्राम दे विच तुसीं हमेशा देखते हैं कि असीं नवीं तरो ताज़ा खबरां दे नाल दर्शकां दे रूबरू हुंदे आ। अज भी साडे कोले कुछ खास चुणवीआं खबरां ने, उन्हां बारे असीं विचार चर्चा करांगे। सब तो पहला कैनेडा दे अमेरिका दे विच जो नशियां दा कारोबार दिन ब दिन वधदा जा रहा है ते पंजाबियां दा नाम भी किते ना किते उस विच बोलदा इनवॉल्व हैगे आ पंजाबी। क्योंकि तुसीं देखदे आ कि जिथे भी खबर नशियां दे नाल जुड़ी हुंदी है उस दे विच कोई ना कोई पंजाबी जरूर नाल जुड़िया होया दिखाई दिंदा। की है सारी कहानी, की है इस जो वपार चल रहा उहदी चर्चा हो रही है, तुसीं इस बारे साडे दर्शकां नाल सांझ पाओ। बड़ी चिंता वाली गल है भिंडर साहब जी, नशियां वाला मसला है। जदों कनेडा विच नवें असीं आए ते नशियां दी गल तो उदों भी हुंदी सी जी, ते नशियां दा जिहड़ा सेंटर सीगा वो वैनकूवर सी जी। वैनकूवर दे विच नशियां दे वपार दी गल चलदी सी और बदकिस्मती नाल वो सारे वपार दे विच ਵੱਡੀ ਸ਼ਮੂਲੀਅਤ ਜਿਹੜੀ ਸੀ ਉਹ ਪੰਜਾਬੀਆਂ ਦੀ ਹੁੰਦੀ ਸੀ ਜੀ। ਪਰ ਮੀਡੀਆ ਇਹ ਗੱਲ ਨਹੀਂ ਸੀ ਕਹਿੰਦਾ। ਮੀਡੀਆ ਆਲਵੇਜ਼ ਕਹਿੰਦਾ ਸੀਗਾ ਕਿ ਨਸ਼ੇ ਜਿਹੜੇ ਆ ਉਹ ਫੜੇ ਗਏ ਆ, ਜਾਂ ਨਸ਼ੇ ਕਰਨ ਵਾਲੇ, ਨਸ਼ਿਆਂ ਦਾ ਵਪਾਰ ਕਰਨ ਵਾਲੇ ਗੈਂਗਸਟਰ ਫੜੇ ਗਏ ਆ, ਜਾਂ ਉਹਨਾਂ ਦੇ ਵਿੱਚ ਕੋਈ ਆਪਸ ਵਿੱਚ ਤਿੱਖਾ ਵਿਰੋਧ ਹੋਇਆ, ਲੜਾਈ ਹੋਈ, ਗੋਲੀਬਾਰੀ ਹੋਈ ਤੇ ਉਹਦੇ ਵਿੱਚ ਕੋਈ ਮਾਰਿਆ ਗਿਆ। ਉਹ ਭਾਵੇਂ ਪੰਜਾਬੀ ਹੁੰਦਾ ਸੀ ਪਰ ਮੀਡੀਆ ਆਲਵੇਜ਼ ਕਹਿੰਦਾ ਸੀਗਾ ਕਿ ਇਹ ਗੈਂਗਸਟਰਾਂ ਦੀ ਲੜਾਈ ਹੈ। ਉਹਨਾਂ ਕਦੀ ਪੰਜਾਬੀਆਂ ਦਾ ਨਾਂ ਨਹੀਂ ਸੀ ਲਿਆ ਜੀ। ਹੌਲੀ ਹੌਲੀ ਇਹ ਗੱਲ ਆਉਣ ਲੱਗ ਪਈ ਕਿ ਇਹ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਜਾਂ ਇਹ ਗੈਂਗਸਟਰ ਜਿਹੜੇ ਗਰੁੱਪ ਹੈ, ਧੜੇ ਬਣੇ ਹੋਏ ਆ ਆਪਸ ਵਿੱਚ ਨਸ਼ੇ ਦੇ ਵਪਾਰ ਕਰਨ ਵਾਲੇ, ਇਹ ਇੰਡੀਅਨ ਏਸ਼ੀਅਨ ਪਹਿਲਾਂ ਕਹਿੰਦੇ ਸੀ, ਫਿਰ ਇੰਡੀਅਨ ਕਹਿਣ ਲੱਗ ਪਏ, ਫਿਰ ਸਿੱਧੇ ਪੰਜਾਬੀਆਂ ਤੇ ਗੱਲ। ਔਰ ਤੁਸੀਂ ਉਹ ਜਦੋਂ ਗੈਂਗਸਟਰਾਂ ਦੀ ਫੋਟੋਆਂ ਰਿਲੀਜ਼ ਕਰਦੀ ਪੁਲਿਸ, ਉਹਨਾਂ 'ਚ ਤੁਸੀਂ ਦੇਖੋਗੇ ਮੈਜੋਰਿਟੀ ਸਿੱਖਾਂ ਦੀ, ਦੂਜੇ ਵੀ ਆ, ਪੰਜਾਬੀ ਆ, ਕਈਆਂ ਨੇ ਵਾਲ ਕਟਾਏ ਹੁੰਦੇ ਆ ਤੇ ਕਈ ਪੱਗਾਂ ਬੰਨ੍ਹ ਕੇ ਬੈਠੇ ਆ। ਉਹ ਸਾਰਾ ਜਿਹੜਾ ਇਹ ਘਟਨਾਕ੍ਰਮ ਹੁੰਦਾ ਸੀ, ਇਹਦੇ 'ਚ ਮੈਜੋਰਿਟੀ ਜਿਹੜੀ ਸ਼ਮੂਲੀਅਤ ਜਿਹੜੀ ਉਹ ਪੰਜਾਬੀਆਂ ਦੀ ਹੁੰਦੀ ਸੀ। ਉਦੋਂ ਲੱਗਦਾ ਸੀ ਵੀ ਸ਼ਾਇਦ ਇਹ ਇੱਕਾ ਦੁੱਕਾ ਦੀਆਂ ਗੱਲਾਂ ਵਾ, ਮੀਡੀਆ ਵੀ ਰੋਜ਼ ਤਾਂ ਖਬਰ ਨਹੀਂ ਦਿੰਦਾ। ਪਰ ਹੁਣ ਅੱਗੇ ਨਾਲੋਂ ਮੀਡੀਆ ਵੀ ਤੇਜ਼ ਹੋ ਗਿਆ ਜੀ। ਸੋਸ਼ਲ ਮੀਡੀਆ ਦੇ ਉੱਤੇ ਗੱਲ ਝੱਟ ਫੈਲ ਜਾਂਦੀ ਹੈ। ਹੁਣ ਦੋ ਤਾਜ਼ਾ ਘਟਨਾਵਾਂ ਹੋਈਆਂ ਜੀ। ਇੱਕ ਤਾਂ ਅਮਰੀਕਾ ਦੇ ਵਿੱਚ ਅਰਜ਼ੋਨਾ ਸੂਬਾ ਹੈ, ਉੱਥੇ ਪੁਲਿਸ ਨੇ ਜਿਹੜਾ ਇੱਕ ਵੱਡਾ ਜਿਹੜਾ ਤਸਕਰ, ਜਿਹੜਾ ਸਮਗਲਰ ਫੜਿਆ, ਜਿਹਦੇ ਕੋਲੋਂ ਇੰਨੀ ਕੁ ਜ਼ਿਆਦਾ ਕੋਕੀਨ ਫੜੀ ਹੈ ਜਿਹਦੀ ਕੀਮਤ ਬਿਲੀਅਨ ਡਾਲਰ ਵਿੱਚ ਹੈ। ਮਿਲੀਅਨ 10 ਲੱਖ ਨੂੰ ਕਹਿੰਦੇ, ਬਿਲੀਅਨ ਦੇਖ ਲਓ ਕਿੰਨੀ ਹੈ। ਔਰ ਇਸੇ ਤਰ੍ਹਾਂ ਹੀ ਥੋੜਾ ਚਿਰ ਪਹਿਲਾਂ ਅੰਟਾਰੀਓ ਦੇ ਵਿੱਚ ਇੱਕ ਪੰਜਾਬੀ ਮੁੰਡਾ ਫੜਿਆ ਸੀ, ਉਹਦੇ ਕੋਲੋਂ ਵੀ ਮਿਲੀਅਨਸ ਦੀ, 1.5 ਮਿਲੀਅਨ ਦੇ ਕਰੀਬ ਕੀਮਤ ਦੀ ਜਿਹੜੀ ਕੋਕੀਨ ਫੜੀ ਗਈ ਸੀ। ਇੱਦਾਂ ਦੇ ਨਾਂ ਜਿਹੜੇ ਜਦੋਂ ਆਉਂਦੇ ਆ ਤੇ ਉਦੋਂ ਹੈਰਾਨੀ ਵੀ ਹੁੰਦੀ ਆ। ਉਂਝ ਜਿਹੜਾ ਮੀਡੀਆ ਦੇ ਲੈਵਲ ਤੇ ਆਪਾਂ ਗੱਲ ਕਰੀਏ ਤੇ ਸਾਡੇ ਵਾਸਤੇ ਭਾਵੇਂ ਖਬਰ ਹੋਣੀ ਚਾਹੀਦੀ ਆ, ਪਰ ਕਿਉਂਕਿ ਸਾਡੇ ਭਾਈਚਾਰੇ ਦਾ ਨਾਮ ਆ, ਸਿਰਫ ਖਬਰ ਨਹੀਂ ਹੈ, ਸਾਡੀ ਚਿੰਤਾ ਦਾ ਵਿਸ਼ਾ ਹੈਗਾ। ਹੁਣ ਤੱਕ ਜਿੰਨੀਆਂ ਵੀ ਘਟਨਾਵਾਂ ਪਿਛਲੇ 1 ਸਾਲ 'ਚ ਵਾਪਰੀਆਂ
ਭਾਵੇਂ ਦੁਨੀਆ ਪੂਰੀ ਜਿਹੜੀ ਆ ਉਹ ਕਰੋਨਾ ਦੀ ਗ੍ਰਿਫਤ ਵਿੱਚ ਸੀ, ਕਰੋਨਾ ਦਾ ਕਹਿਰ ਚੱਲ ਰਿਹਾ ਸੀਗਾ, ਪਰ ਨਸ਼ਿਆਂ ਨਾਲ ਸੰਬੰਧਿਤ ਜਿਹੜੀਆਂ ਵੀ ਘਟਨਾਵਾਂ ਹੋਈਆਂ, ਜਿਹੜੀਆਂ ਵੀ ਪੁਲਿਸ ਨੇ ਰਿਪੋਰਟਾਂ ਰਿਲੀਜ਼ ਕੀਤੀਆਂ, ਉਹਨਾਂ ਦੇ ਵਿੱਚ ਸਾਰੇ ਦੇ ਸਾਰੇ ਪੰਜਾਬੀ ਹੀ ਹੋਏ ਆ। ਦੂਜੇ ਨੇ ਇੱਕਾ ਦੁੱਕਾ ਜਿਹੜੀ ਰਿਪੋਰਟਾਂ ਦੇ ਵਿੱਚ ਨੌਨ ਪੰਜਾਬੀਆਂ ਦੇ ਨਾਂ ਹੈਗੇ, ਪੰਜਾਬੀ ਦੇ ਜਿਹੜਾ ਪੰਜਾਬੀਆਂ ਦੇ ਨਾਂ ਉਹਨਾਂ ਵਿੱਚੋਂ ਵੀ ਹੈਰਾਨੀ ਵਾਲੀ ਗੱਲ ਹੈ ਕਿ ਕੁੜੀਆਂ ਦੇ ਨਾਂ ਵੀ ਆਉਣ ਲੱਗ ਪਏ। ਔਰ ਉਹ ਧੰਦਾ ਕਰਨ ਵਾਲੇ, ਇਹ ਕਾਰੋਬਾਰ ਕਰਨ ਵਾਲੇ, ਨਸ਼ੇ ਦਾ ਇੱਧਰੋਂ ਉੱਧਰੋਂ ਕਰਨ ਵਾਲੇ, ਉਹਨਾਂ ਦੀ ਉਮਰ ਵੀ ਜਿਹੜੀ ਆ ਉਹ 20 ਸਾਲਾਂ ਤੋਂ ਲੈ ਕੇ 40 ਸਾਲਾਂ ਦੇ ਵਿੱਚ ਹੈ। ਯਾਨੀ ਇਹ ਤੋਂ ਲੱਗਦਾ ਇਹ ਹੁੰਦਾ ਕਿ ਇਹ ਛੋਟੀ ਉਮਰ ਦੇ ਵਿੱਚ ਹੀ ਇਸ ਪਾਸੇ ਤੁਰ ਪਏ। ਹੁਣ ਜੇ ਚਿੰਤਾ ਵਾਲੀ ਗੱਲ ਹੈ ਕਿ ਕੀ ਇਹਨਾਂ ਦਾ ਪਿਛੋਕੜ ਇਸ ਤਰ੍ਹਾਂ ਦਾ ਸੀ, ਉਹੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜੀ, ਕਾਰਨ ਕੀ ਆ, ਕਹਾਣੀ ਕੀ ਆ? ਕੀ ਉਹ ਜਿਹੜੇ ਪਿਛਲੇ ਜਿਹੜੇ ਉਹਨਾਂ ਦੇ ਪੇਰੈਂਟਸ ਆ ਉਹਨਾਂ ਦੀ ਗਾਈਡੈਂਸ ਤੋਂ ਬਾਹਰ ਹੋ ਜਾਂਦੀ ਹੈ ਗੱਲ? ਕਿਉਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਸਾਰੇ ਸਟੂਡੈਂਟ ਦੇ ਜੇ ਆਪਾਂ ਗੱਲ ਕਰ ਲਈਏ ਜਾਂ ਹੋਰ ਵੀ ਆਪਣੀ ਕਮਿਊਨਿਟੀ ਦੇ ਬੰਦੇ ਆ, ਬਹੁਤ ਸਾਰੀਆਂ ਮਿਹਨਤ ਕਰਦੇ ਆ, 3 ਸ਼ਿਫਟਾਂ ਲਾਈ ਜਾਂਦੇ ਆ, ਮਿਹਨਤਾਂ ਕਰਕੇ ਉਹ ਵਧੀਆ ਆਪਦੇ ਕਾਰੋਬਾਰ ਵੀ ਚਲਾਈ ਬੈਠੇ ਆ, ਗੱਡੀਆਂ ਵਧੀਆ ਲਈ ਬੈਠੇ, ਪਰ ਦੂਸਰੇ ਪਾਸੇ ਇਦਾਂ ਦੇ ਵੀ ਆਪਣੇ ਸਾਹਮਣੇ ਆ ਰਹੇ ਆ ਕੁਝ ਕੇਸ। ਕੀ ਕਾਰਨ ਕੀ ਮੰਨਦੇ ਹੋ ਇਹਦੇ ਪਿੱਛੇ? ਮੈਂ ਉਹੀ ਲੱਗਾ ਸੀ ਗੱਲ ਕਰਨ ਕਿ ਚਿੰਤਾ ਵਾਲੀ ਗੱਲ ਹੈ ਕਿ ਕੀ ਇਹਨਾਂ ਦਾ ਪਿਛੋਕੜ ਇਸ ਤਰ੍ਹਾਂ ਦਾ, ਕੀ ਇਹਨਾਂ ਦੇ ਵਡੇਰੇ ਜਿਹੜੇ ਇੰਡੀਆ ਬੈਠੇ ਆ, ਪੰਜਾਬ 'ਚ ਬੈਠੇ ਆ, ਉਹ ਵੀ ਇਹੀ ਕੰਮ ਕਰਦੇ? ਨਹੀਂ, ਅਸਲ 'ਚ ਇਸ ਤਰ੍ਹਾਂ ਨਹੀਂ ਹੈਗਾ। ਉੱਥੇ ਜਿਹੜਾ ਕਾਰੋਬਾਰ ਨਸ਼ੇ ਦਾ ਕਰਨ ਵਾਲੇ ਆ ਉਹਨਾਂ ਨੂੰ ਪੋਲੀਟੀਕਲ ਜਿਹੜੀ ਆ ਸਪੋਰਟ ਹੁੰਦੀ ਹੈ, ਕਈ ਥਾਵਾਂ ਤੇ ਪੁਲਿਸ ਦੀ ਸਪੋਰਟ ਵੀ ਹੁੰਦੀ ਹੈ। ਪੁਲਿਸ ਤੇ ਸਿਆਸਤਦਾਨ ਰਲ ਕੇ ਇਹ ਕੰਮ ਦੇ ਵਿੱਚ ਉੱਥੇ ਜੁਟੇ ਹੋਏ ਆ। ਔਰ ਜਿਹੜੇ ਲੋਕ ਛੋਟੇ ਮੋਟੇ ਹੈਗੇ ਆ, ਜਿਨ੍ਹਾਂ ਦੀ ਗਿਣਤੀ ਘੱਟ ਹੁੰਦੀ ਆ ਜਾਂ ਉਹਨਾਂ ਦੇ ਹੱਥ ਪੱਲੇ ਘੱਟ ਆਉਂਦਾ, ਉਹਨਾਂ ਨੂੰ ਛੇਤੀ ਫੜ ਲਿਆ ਜਾਂਦਾ, ਵੱਡੇ ਮਗਰਮੱਛਾਂ ਨੂੰ ਨਹੀਂ ਫੜਿਆ ਜਾਂਦਾ। ਇੱਥੇ ਇਹ ਪੰਜਾਬੀਆਂ ਦੇ ਨਾਂ ਆਉਣ ਦੇ ਪਿੱਛੇ ਕੀ ਕਾਰਨ ਆ? ਤੁਸੀਂ ਸਵਾਲ ਕੀਤਾ ਬੜਾ ਵਾਜਬ। ਉਹ ਇਹ ਹੈ ਭੰਡਰ ਸਾਹਿਬ, ਜਦੋਂ ਅਸੀਂ ਇੱਥੇ ਨਹੀਂ ਸੀ ਆਏ ਤੇ ਅੱਖਾਂ ਦੇ ਵਿੱਚ ਇੱਕ ਸੁਪਨਾ ਸੀ ਸਾਰਿਆਂ ਲੋਕਾਂ ਦੇ ਕਿ ਅਸੀਂ ਇੱਕ ਬਹੁਤ ਵਧੀਆ ਕੰਟਰੀ 'ਚ ਜਾਣਾ, ਸ਼ਾਇਦ ਉੱਥੇ ਡਾਲਰ ਜਿਹੜੇ ਆ ਉਹ ਕੋਈ ਡਾਲਰ ਟਰੀ ਲੱਗਾ ਹੋਇਆ, ਦਰਖਤਾਂ ਨੂੰ ਲੱਗੇ, ਹਾਂ, ਇਕੱਠੇ ਕਰਨੇ ਬਸ, ਉੱਥੋਂ ਜਾ ਕੇ ਇਕੱਠੇ ਕਰਨੇ ਬਸ, ਹੋਰ ਕੋਈ ਕੰਮ ਹੀ ਨਹੀਂ ਹੈਗਾ। ਵੱਡਾ ਸਾਰਾ ਤੁਹਾਡੇ ਹੱਥ 'ਚ ਝਾੜੂ ਚਾਹੀਦਾ ਔਰ ਵੱਡਾ ਸਾਰਾ ਬੈਗ ਥੈਲਾ ਚਾਹੀਦਾ, ਪੂਰਾ ਚਾਹੀਦਾ, ਬਸ ਭਰ ਸੁੱਟੀ ਆਓ। ਉਹਦੇ ਪਿੱਛੇ ਇਹਦੇ ਪਿੱਛੇ ਵੀ ਇੱਕ ਕਾਰਨ ਆ। ਉਹਦੇ ਲਈ ਮੈਂ ਸਮਝਦਾ ਕਿ NRI ਜਿਹੜੇ ਅਸੀਂ ਲੋਕ ਆ, ਅਸੀਂ ਥੋੜਾ ਜਿਹਾ ਜ਼ਿੰਮੇਵਾਰ ਹੈਗੇ ਆ। ਜ਼ਿੰਮੇਵਾਰ ਕਿੱਦਾਂ? ਫਾਰ ਐਗਜ਼ਾਮਪਲ ਅਸੀਂ ਕਿਸੇ ਵਿਆਹ ਸ਼ਾਦੀ 'ਚ ਜਾਂਦੇ ਇੱਥੇ ਇੰਡੀਆ, ਸਾਲ ਛਮਾਈ ਜਾਂਦੇ ਆ, ਤੇ ਜਦੋਂ ਜਾ ਕੇ ਵਿਆਹ 'ਚ ਜਾਂਦੇ ਤੇ ਪਹਿਲਾਂ ਤਾਂ ਸਾਡੇ ਕੱਪੜੇ ਉਸ ਤਰੀਕੇ ਦੇ ਪਾਏ ਹੁੰਦੇ ਆ, ਬ੍ਰਾਂਡਡ ਜਿਹੇ, ਫਿਰ ਪਰਫਿਊਮ ਵੀ ਅਸੀਂ ਕੋਈ ਚੰਗੀ ਅੱਛੀ ਕੁਆਲਿਟੀ ਦਾ ਵਰਤਿਆ ਹੁੰਦਾ, ਜਿਹੜਾ 10-20 ਬੰਦਿਆਂ ਦੇ ਆਲੇ ਦੁਆਲੇ ਜਿਹੜਾ ਉਸ ਪ੍ਰਭਾਵ ਪੈਂਦਾ ਵੀ ਇਹ ਬੰਦਾ ਬਾਹਰੋਂ ਆਇਆ। ਠੀਕ ਹੈ ਜੀ। ਫਿਰ ਉੱਥੇ ਅਸੀਂ ਕੀ ਕਰਦੇ ਆ ਕਿ 10 ਦੇ ਨੋਟਾਂ ਦੀ ਥਈ 1000 ਰੁਪਈਆ ਬਣਿਆ ਤੇ ਇੱਥੇ ਤੇ $20 ਹੀ ਹੈ, 20 ਤੋਂ ਵੀ ਘੱਟ। ਠੀਕ ਹੈ ਜੀ। ਮੰਨ ਲਓ ਬਲੈਕ ਦੇ ਵੀ 1000 ਦਾ 1200 ਵੀ ਲੈਂਦੇ ਹੁਣ ਉਹ, ਤਾਂ ਵੀ $20 ਹੀ ਹੈਗੇ। $20 ਨੂੰ ਅਸੀਂ ਹੱਥ 'ਚ ਫੜ ਕੇ, ਹੁਣ ਇੱਥੇ ਤੇ $20 ਦਾ ਇੱਕ ਨੋਟ ਹੈ, ਪਰ ਉੱਥੇ ਕਿੰਨੇ 100 ਨੋਟ ਆ ਗਏ ਤੁਹਾਡੇ ਹੱਥ 'ਚ। ਉਹ ਅਸੀਂ ਇਸ ਤਰੀਕੇ ਨਾਲ ਸੁੱਟਦੇ ਸਟੇਜ ਤੇ ਨੱਚਣ ਟੱਪਣ ਵਾਲਿਆਂ ਦੇ ਉੱਤੋਂ, ਜਾਂ ਮੁੰਡੇ ਕੁੜੀ ਤੋਂ ਏਦਾਂ ਵਾਰਦੇ ਆ ਵੀ ਜਿੱਦਾਂ ਅਸੀਂ ਪਤਾ ਨਹੀਂ ਕਿਹੜੇ ਮਹਾਰਾਜੇ ਹੁੰਦੇ। ਇਹਦਾ ਆਮ ਲੋਕਾਂ ਤੇ ਨਵੀਂ ਜਿਹੜੀ ਜਨਰੇਸ਼ਨ, ਜਿਹੜੇ ਨਵੇਂ ਮੁੰਡੇ ਕੁੜੀਆਂ ਹੈਗੇ ਆ, ਯੰਗ ਜਨਰੇਸ਼ਨ ਹੈਗੀ, ਉਹਨਾਂ ਤੇ ਪ੍ਰਭਾਵ ਪੈਂਦਾ। ਪ੍ਰਭਾਵ ਉਹਨਾਂ ਤੇ ਇਹ ਪੈਂਦਾ ਵੀ ਅਸੀਂ ਨਹੀਂ ਬਾਹਰ ਜਾ ਸਕਦੇ, ਸਾਨੂੰ ਵੀ ਬਾਹਰ ਜਾਣ 'ਚ ਕੀ ਦਿੱਕਤ ਆ। ਫਿਰ ਉਹ ਔਖੇ ਸੌਖੇ ਤਰੀਕੇ ਲੱਭਦੇ, ਉਹ ਤਰੀਕੇ ਲੱਭ ਕੇ ਚਲੋ ਜਿਹੜਾ ਦਾ ਬਚ ਜਾਂਦਾ ਉਹ ਇੱਥੇ ਆਉਂਦਾ। ਇੱਥੇ ਆ ਕੇ ਉਹਨੂੰ ਜ਼ਿੰਦਗੀ ਨਵੇਂ ਸਿਰੋਂ ਜੀਣੀ ਪੈਂਦੀ, ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ। ਉਹ ਸੋਚਦਾ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਔਖਾ ਹੋ ਗਿਆ, ਕਮਾਈ ਕਰਨੀ ਪੈਣੀ, ਕਮਾਈ ਨਹੀਂ ਮਿਹਨਤ ਕਰਨੀ ਪੈਣੀ, ਮਿਹਨਤ ਕਰਨੀ ਪੈਣੀ। ਮਿਹਨਤ ਵਿੱਚ ਜਿਵੇਂ ਤੁਸੀਂ ਦੱਸਿਆ 3 ਸ਼ਿਫਟਾਂ ਲਾਉਣੀਆਂ ਪੈਂਦੀਆਂ, ਲਾਉਂਦੇ ਸਾਡੇ ਧੀਆਂ ਪੁੱਤਰ ਲਾਉਂਦੇ ਆ। ਜਦੋਂ ਇਸ ਤਰੀਕੇ ਦੀ ਉਹਨਾਂ ਨੂੰ ਘਾਲ ਕਮਾਈ ਕਰਨੀ ਪੈਂਦੀ ਆ ਤੇ ਫਿਰ ਕਈਆਂ ਨੂੰ ਲੱਗਦਾ ਯਾਰ ਵੀ ਇਹ ਤਾਂ ਮੈਂ ਗਲਤ ਥਾਂ ਤੇ ਆ ਗਿਆ, ਜਾਂ ਮੈਂ ਪੰਗਾ ਲੈ ਲਿਆ, ਮੇਰਾ ਫੈਸਲਾ ਗਲਤ ਹੋ ਗਿਆ। ਕੋਈ ਸ਼ਾਰਟਕਟ ਤਰੀਕਾ ਹੋਣਾ ਚਾਹੀਦਾ, ਤੇ ਸ਼ਾਰਟਕਟ ਤਰੀਕੇ ਦੁਨੀਆ ਸਾਰੀ ਵਿੱਚ ਵਰਤੇ ਜਾਂਦੇ। ਪੰਜਾਬੀ ਜਿਹੜੇ ਸ਼ਾਰਟਕਟ ਤਰੀਕਿਆਂ 'ਚ ਸੌਖੇ ਫਸ ਜਾਂਦੇ, ਇਹਨਾਂ ਨੇ ਜਾਲੀ ਵਾਲੀ ਪੇਪਰ ਲਾਉਣ ਦਾ ਆਮ ਹੀ ਰਿਵਾਜ ਹੈ। ਠੀਕ ਹੈ ਜੀ। ਜੇ ਭਾਵੇਂ ਇਮੀਗ੍ਰੇਸ਼ਨ ਲੈਣੀ ਹੋਵੇ, ਭਾਵੇਂ ਮੋਰਗੇ ਲੈਣੀ ਹੋਵੇ, ਏਦਾਂ ਦਾ ਕੰਮ ਕਰਨ 'ਚ ਕੋਈ ਨਹੀਂ
ਸ਼ਰਮ ਨਹੀਂ ਕਰਦੇ ਜਾਂ ਝਿਜਕ ਨਹੀਂ ਕਰਦੇ, ਕਤਾਰ 'ਚ ਖੜ ਜਾਂਦੇ ਆ। ਹਾਂਜੀ, ਔਰ ਉਹ ਜਦੋਂ ਫਿਰ ਸ਼ਾਰਟਕਟ ਰਸਤਾ ਲੱਭਦੇ ਆ ਤੇ ਉਹ ਇਹ ਸੌਖਾ ਨਸ਼ਿਆਂ ਵਾਲਾ ਵੀ ਨਸ਼ੇ ਦੀ ਜਿਹੜੀ ਕੋਕੀਨ ਆ ਉਹ ਸਮਗਲ ਕਰਦੇ ਹੋ, ਤੇ ਜਿਹੜੇ ਇਹਨਾਂ ਦੇ ਵੱਡੇ ਗੈਂਗਸਟਰ ਹੁੰਦੇ ਆ ਵੱਡੇ, ਉਹ ਬਹੁਤ ਵੱਡੀ ਰਕਮ ਜਿਹੜੀ ਆ ਇਹਨਾਂ ਨੂੰ ਪੇ ਕਰਦੇ। ਹੁਣ ਦੇਖੋ ਉਹ ਜਿਹੜਾ ਇਸ ਨੂੰ ਸਿਸਟਮ ਇਸ ਤਰੀਕੇ ਇੰਨਾ ਜ਼ਬਰਦਸਤ ਹੈ, ਝੱਟ ਫੜੇ ਜਾਂਦੇ। ਜਦੋਂ ਝੱਟ ਫੜੇ ਜਾਂਦੇ ਆ ਤੇ ਫਿਰ ਉਹਨਾਂ ਦੀ ਇੱਕ ਤਾਂ ਫੜੇ ਗਏ ਸਜ਼ਾ ਹੋ ਗਈ, ਦੂਜਾ ਡਿਪੋਰਟ ਹੋਣ ਦੇ 100% ਹੀ ਚਾਂਸ ਹੁੰਦੇ। ਸੋ ਜਿਹੜੇ ਸੁਪਨੇ ਉਹ ਲੈ ਕੇ ਆਏ ਸੀਗੇ ਕਿ ਅਸੀਂ ਉੱਥੇ ਜਾ ਕੇ ਝਾੜੂ ਨਾਲ ਡਾਲਰ ਖੂੰਝ ਲੈਣੇ ਆ, ਇਕੱਠੇ ਕਰ ਲੈਣੇ ਆ, ਉਹ ਸਾਰੀ ਕੀਤੀ ਕਰਾਏ ਖੂਹ 'ਚ ਪੈ ਜਾਂਦੀ। ਉਹ ਸਾਰਾ ਕੁਝ ਉਹਨਾਂ ਦੇ ਪਰਿਵਾਰ, ਪਿਛਲੇ ਪਰਿਵਾਰ ਜਿਹੜੇ ਆ ਉਹਨਾਂ ਨੇ ਕਰਜ਼ੇ ਚੁੱਕ ਕੇ ਭੇਜੇ ਹੁੰਦੇ ਆ, ਜਾਂ ਉਹ ਵੀ ਸੋਚਦੇ ਹੁੰਦੇ ਵੀ ਅਸੀਂ ਵੀ ਕਿਸੇ ਦਿਨ ਚਲ ਜਾਵਾਂਗੇ। ਛੋਟੇ ਭੈਣ ਭਰਾ ਵੀ ਸੋਚਦੇ ਹੁੰਦੇ ਵੀ ਸਾਨੂੰ ਹੁਣ ਉਹਨਾਂ ਨੇ ਪੱਕੇ ਹੋ ਗਏ ਸੱਦ ਲੈਣਾ। ਉਹ ਸਾਰਾ ਕੁਝ ਤਹਿਸ ਨਹਿਸ ਹੋ ਜਾਂਦਾ। ਇਸ ਤਰੀਕੇ ਨਾਲ ਜਿਹੜਾ ਪੰਜਾਬੀਆਂ ਦਾ ਨਾਂ ਬੋਲਦਾ ਉਹ ਬੜਾ ਖਤਰਨਾਕ ਰੁਝਾਨ ਹੈ। ਇਸ ਰੁਝਾਨ ਨੂੰ ਜੇ ਠੱਲ ਨਾ ਪਈ, ਪੁਲਿਸ ਨੇ ਤਾਂ ਪਾਉਣੀ, ਪੁਲਿਸ ਤਾਂ ਪਾਊਗੀ, ਸਰਕਾਰ ਤਾਂ ਇਹ ਬਰਦਾਸ਼ਤ ਨਹੀਂ ਕਰੂਗੀ, ਠੀਕ ਹੈ ਜੀ। ਪਰ ਉਹ ਠੱਲ ਪਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬੀਆਂ ਦੇ ਆਪਣੇ ਸਿਰ ਵੀ ਹੈਗੀ। ਸੋ ਸਾਡੇ ਜਿਹੜੇ ਵੀ ਬੱਚੇ ਮੁੰਡੇ ਆ ਜਾਂ ਕੁੜੀਆਂ ਯੰਗ ਜਨਰੇਸ਼ਨ 'ਚ ਹੈਗੇ ਆ, ਉਹ ਜੇ ਉਹਨਾਂ ਦਾ ਇਸ ਪਾਸੋਂ ਧਿਆਨ ਨਾ ਹਟਾਇਆ ਗਿਆ, ਨਾ ਧਿਆਨ ਰੱਖਿਆ ਗਿਆ, ਚੌਕੀਦਾਰੀ ਨਾ ਕੀਤੀ ਗਈ, ਪਹਿਰੇਦਾਰੀ ਨਾ ਕੀਤੀ ਗਈ, ਤੇ ਪੰਜਾਬੀ ਤਾਂ ਮਸ਼ਹੂਰ ਇਸ ਕਰਕੇ ਹੋ ਜਾਣੇ ਆ ਕਿ ਪੰਜਾਬੀ ਹੈ ਇਹ ਨਸ਼ੇ ਵਾਲੇ ਬੰਦੇ। ਨਾਲੇ ਆਉਣ ਵਾਲੇ ਦਿਨਾਂ ਵਿੱਚ ਜਿਹੜੀਆਂ ਸਰਕਾਰਾਂ ਵਾ ਹੋਰ ਸਖਤ ਫੈਸਲੇ ਲੈਣਗੀਆਂ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ, ਖਾਸ ਕਰਕੇ ਪੰਜਾਬੀ ਕਮਿਊਨਿਟੀ ਬਾਰੇ। ਬਿਲਕੁਲ। ਇੱਕ ਤੁਸੀਂ ਅਗਲੀ ਖਬਰ ਵੱਲ ਆਪਾਂ ਥੋੜੀ ਝਾਤੀ ਮਾਰਦੇ ਹਾਂ ਕਿ ਅੱਗੇ ਆਪਾਂ ਪਿਛਲੇ ਸੁਣਦੇ ਹੁੰਦੇ ਸੀ ਕਿ ਹਮ ਦੋ ਹਮਾਰੇ ਦੋ। ਇੰਡੀਆ ਦੇ ਵਿੱਚ ਇੱਕ ਨਾਰਾ ਬਹੁਤ ਮਸ਼ਹੂਰ ਆ, ਆਮ ਹੀ ਸੁਣਦੇ ਰਹੇ, ਪਰ ਇੱਕ ਨਵਾਂ ਨਾਰਾ, ਉਹਦੀ ਕੀ ਕਹਾਣੀ ਆ ਕਿ ਹਮ ਦੋ ਹਮਾਰੇ ਸਿਰਫ ਦੋ। ਇਹ ਕੀ ਕਹਾਣੀ ਹੈ, ਕੀ ਮਸਲਾ ਸਾਰਾ? ਇਹ ਦੇਖੋ ਜੀ, ਜਦੋਂ ਇੰਦਰਾ ਗਾਂਧੀ ਦਾ ਰਾਜ ਸੀ ਜੀ, ਐਮਰਜੈਂਸੀ ਤੋਂ ਪਹਿਲਾਂ ਦੀ ਗੱਲ ਹੈ। ਐਮਰਜੈਂਸੀ ਤੋਂ ਪਹਿਲਾਂ ਇੰਦਰਾ ਨੇ ਇੱਕ ਕਿਹਾ ਸੀਗਾ ਕਿ ਜੇ ਭਾਰਤ ਦੀ ਆਬਾਦੀ ਜਿਸ ਸਪੀਡ ਨਾਲ ਵੱਧ ਰਹੀ ਹੈ, ਜੇ ਇਹ ਤੇ ਕਾਬੂ ਨਾ ਪਾਇਆ ਗਿਆ ਤੇ ਹਾਲਾਤ ਬੜੇ ਵਿਗੜ ਜਾਣਗੇ। ਲੋਕਾਂ ਦੇ ਰਹਿਣ ਦੀ ਜਗ੍ਹਾ ਨਹੀਂ ਲੱਭਣੀ, ਜ਼ਮੀਨ ਛੋਟੀ ਹੋ ਜਾਊਗੀ ਤੇ ਆਬਾਦੀ ਵੱਧ ਹੋ ਜਾਊਗੀ। ਅੱਜ ਦੁਨੀਆ ਦੀ ਵੱਧ ਆਬਾਦੀ ਵਾਲਾ ਭਾਰਤ ਦੂਜਾ ਦੇਸ਼ ਹੈ। ਪਹਿਲਾ ਦੇਸ਼ ਸੀ ਚਾਈਨਾ, ਦੂਜਾ ਇੰਡੀਆ। ਔਰ ਕਹਿੰਦੇ ਆ ਵੀ ਸਕਿੰਟਾਂ ਵਾਲੀ ਸੂਈ ਦੇ ਹਿਸਾਬ ਨਾਲ ਬੱਚੇ ਉੱਥੇ ਪੈਦਾ ਹੁੰਦੇ ਤਾਂ ਆਬਾਦੀ ਵੱਧਦੀ ਜਾਂਦੀ। ਮਰਦੀ ਵੀ ਦੁਨੀਆ ਬਥੇਰੀ ਹੈ ਪਰ ਪੈਦਾ ਵੀ ਹੁੰਦੇ ਆ। ਹੁਣ ਉਸ ਤੋਂ ਬਾਅਦ ਐਮਰਜੈਂਸੀ ਲੱਗ ਗਈ। ਐਮਰਜੈਂਸੀ ਵਿੱਚ ਇਹ ਹਮ ਦੋ ਹਮਾਰੇ ਦੋ ਵਾਲਾ ਨਾਰਾ ਜਿਹੜਾ ਸੀ, ਇਹਨੂੰ ਸਖਤੀ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਆਪਰੇਸ਼ਨ ਕਰਨ ਦੀ ਗੱਲ ਚੱਲੀ, ਲਾਲਚ ਵੀ ਦਿੱਤੇ ਗਏ, ਜਿਹੜਾ ਆਪਰੇਸ਼ਨ ਕਰਾਊਗਾ ਉਹਨੂੰ ਇਹ ਫਾਇਦਾ ਦੇਵਾਂਗੇ, ਇੰਨੇ ਪੈਸੇ ਨਗਦ ਦੇਵਾਂਗੇ, ਘਰ ਦੇ ਭਾਂਡੇ ਦੇਵਾਂਗੇ, ਕੱਪੜੇ ਦੇਵਾਂਗੇ, ਇਹੋ ਜਿਹਾ ਕੁਛ ਭਲੇ ਜ਼ਮਾਨੇ ਸੀ ਕਹਿ ਲਓ। ਪਰ ਜਿਸ ਤਰੀਕੇ ਨਾਲ ਉਹਨੂੰ ਕੁਛ ਜ਼ਬਰਦਸਤੀ ਵੀ ਠੁੱਸਣ ਦੀ ਕੋਸ਼ਿਸ਼ ਕੀਤੀ ਗਈ, ਉਹਦਾ ਵਿਰੋਧ ਲੋਕਾਂ ਨੇ ਬੜੇ ਡਟ ਕੇ ਕੀਤਾ। ਫਿਰ ਇਹ ਹੋ ਗਿਆ ਕਿ ਨਹੀਂ, ਇਹ ਤਾਂ ਤਰੀਕਾ ਹੀ ਗਲਤ ਹੈ, ਆਬਾਦੀ ਨੂੰ ਰੋਕਣ ਦੀ ਕੀ ਲੋੜ ਹੈ। ਲੋਕੀ ਪੜ੍ਹੇ ਲਿਖੇ ਹੋ ਰਹੇ ਆ, ਆਪੇ ਸਮਝਦਾਰੀ ਕਰਨਗੇ ਤੇ ਆਪਣੇ ਵਿੱਤ ਦੇ ਮੁਤਾਬਕ ਹੀ ਪਰਿਵਾਰ ਦੀ ਜਿਹੜੀ ਹੈ ਉਹ ਸਾਰੀ ਕਰਨਗੇ। ਪਰਿਵਾਰ ਛੋਟਿਆਂ ਦਾ ਰਿਵਾਜ ਹੋ ਗਿਆ ਸੀ, ਖਾਸ ਕਰਕੇ ਪੜ੍ਹੇ ਲਿਖੇ ਲੋਕਾਂ 'ਚ। ਈਵਨ ਦੈਨ ਆਬਾਦੀ ਤਾਂ ਫਿਰ ਵੀ ਵੱਧਦੀ ਜਾਂਦੀ, ਬਹੁਤ ਜ਼ਿਆਦਾ ਵੱਧਦੀ ਜਾਂਦੀ, ਹਾਲਾਤ ਜਿਹੜੇ ਵਿਸਫੋਟਕ ਹੁੰਦੇ ਜਾਂਦੇ। ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅੱਜ ਇਹ ਕੌਮਾਂਤਰੀ ਦੇ ਨਾਂ, ਜਿਹੜਾ ਪਾਪੂਲੇਸ਼ਨ ਡੇ, ਅੱਜ ਪਾਪੂਲੇਸ਼ਨ ਡੇ ਹੈ, ਇੰਟਰਨੈਸ਼ਨਲ ਪਾਪੂਲੇਸ਼ਨ ਡੇ, ਇਸ ਦਿਨ ਦੇ ਉੱਤੇ ਇੱਕ ਨਵਾਂ ਨਾਰਾ ਦੇ ਦਿੱਤਾ, ਹਮ ਦੋ ਹਮਾਰੇ ਸਿਰਫ ਦੋ। ਯਾਨੀ ਤੀਜੇ ਦਾ ਮਤਲਬ ਹੀ ਨਹੀਂ, ਸਗੋਂ ਇੱਕ ਦੀ ਗੱਲ। ਚਾਈਨਾ ਨੇ ਇੱਕ ਵਾਰੀ ਭਿੰਡਰ ਸਾਹਿਬ ਕੀ ਕੀਤਾ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪਾਪੂਲੇਸ਼ਨ ਜਿਹੜੀ ਆ ਉਹ ਜਿੰਨੀ ਹੈਗੀ ਆ ਉਦੋਂ ਇੱਕ ਵੀ ਨਹੀਂ ਵਧਣ ਦੇਣੀ। ਉਹਨਾਂ ਨੇ ਨਵੇਂ ਵਿਆਹ ਜੋੜਿਆਂ ਨੂੰ ਕਿਹਾ ਸੀਗਾ ਕਿ ਨੋ ਚਾਈਲਡ ਡੇ ਮਨਾਓ, ਨੋ ਚਾਈਲਡ ਵੀਕ ਮਨਾਓ, ਨੋ ਚਾਈਲਡ ਈਅਰ ਹੋ ਗਿਆ। ਉਸ ਤੋਂ ਬਾਅਦ ਫਿਰ ਜਿਹੜੀ ਲੋਕਾਂ ਦੀ ਮਾਨਸਿਕ ਹਾਲਤ ਖਰਾਬ ਹੋ ਗਈ। ਸਰਕਾਰ ਨੂੰ ਫੈਸਲਾ ਕਰਨਾ ਪਿਆ ਕਿ ਇਹ ਵਾਪਸ ਲੈਣਾ ਪਿਆ ਕਿ ਇਦਾਂ ਨਹੀਂ, ਨੋ ਚਾਈਲਡ ਦਾ ਨਹੀਂ ਮਤਲਬ ਹੈਗਾ। ਠੀਕ ਆ, ਬੱਚਾ ਤੁਹਾਡੇ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਤਾਂ ਤੁਹਾਡੀ ਆਪਣੀ ਆ ਨਾ, ਕਿਵੇਂ ਸੰਭਾਲ ਕੇ ਕਰਨੀ ਹੈ। ਬਿਨਾਂ ਸ਼ੱਕ ਕੈਨੇਡਾ ਦੇ ਵਿੱਚ ਬੱਚੇ ਵੀ ਪੈਦਾ ਹੁੰਦੇ ਆ, ਜਿਹੜੇ ਮਾਪੇ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ, ਉਹਨਾਂ ਦੀ ਸੇਵਾ ਸੰਭਾਲ ਜਿਹੜੀ ਆ ਉਹ ਸਰਕਾਰ ਕਰਦੀ।
ਔਰ ਬਹੁਤ ਚੋਖਾ ਖਰਚਾ ਕਰਦੀ ਹੈ ਉੱਤੇ। ਕਈ ਬੱਚੇ ਇਦਾਂ ਦੇ ਫੋਸਟਰ ਕੇਅਰ ਵਿੱਚ ਹੁੰਦੇ ਆ ਜਿਹੜੇ ਆਪਦੇ ਮਾਪਿਆਂ ਕੋਲ ਨਹੀਂ ਹੁੰਦੇ, ਦੂਜਿਆਂ ਹੋਰਾਂ ਕੋਲ ਹੁੰਦੇ ਆ, ਔਰ ਉਹ ਮਾਪੇ ਜਿਹੜੇ ਆ ਉਹ ਆਪਦੇ ਬੱਚਿਆਂ ਵਾਂਗੂ ਹੀ ਉਹਨਾਂ ਦੀ ਪਾਲਣਾ ਪੋਸ਼ਣ ਕਰਦੇ, ਪਰ ਸਰਕਾਰ ਖਰਚਾ ਕਰਦੀ ਹੈ। ਹੁਣ ਭਾਰਤ ਵਿੱਚ ਤਾਂ ਇਦਾਂ ਦੀ ਗੱਲ ਹੋ ਹੀ ਨਹੀਂ ਸਕਦੀ, ਸੰਭਵ ਹੀ ਨਹੀਂ ਹੈਗੀ। ਯੂਪੀ ਦੇ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਫੁਰਨਾ ਫੁਰਿਆ, ਉਹਨੇ ਇਹ ਨਾਅਰਾ ਦੇ ਦਿੱਤਾ ਕਿ ਹਮ ਦੋ ਹਮਾਰੇ ਸਿਰਫ ਦੋ। ਇਹਦੇ ਪਿੱਛੇ ਜੋ ਮੈਂ ਸਮਝਦਾ ਗੱਲ ਕਿ ਯੂਪੀ ਜਿਹੜਾ ਉੱਤਰ ਪ੍ਰਦੇਸ਼ ਹੈ ਉਹ ਭਾਰਤ ਦੇ ਹੋਰਨਾਂ ਸੂਬਿਆਂ ਨਾਲੋਂ ਥੋੜਾ ਵੱਖਰਾ, ਉੱਥੇ ਮੁਸਲਿਮ ਪਾਪੂਲੇਸ਼ਨ ਜਿਹੜੀ ਆ ਉਹ ਦੂਜਿਆਂ ਸੂਬਿਆਂ ਨਾਲੋਂ ਜ਼ਿਆਦਾ, ਜਾਂ ਗਿਣਤੀ ਉਹਨਾਂ ਦੀ ਜ਼ਿਆਦਾ। ਸੂਬਾ ਕੋ ਬਹੁਤਾ ਵੱਡਾ ਨਹੀਂ ਹੈ, ਰਾਜਸਥਾਨ ਉਦੋਂ ਵੱਡਾ ਹੈ, ਉੱਥੇ ਦੀ ਪਾਪੂਲੇਸ਼ਨ ਘੱਟ ਹੈ, ਯੂਪੀ ਦੀ ਪਾਪੂਲੇਸ਼ਨ ਜ਼ਿਆਦਾ ਬਿਨਾਂ ਸ਼ੱਕ। ਰਾਜਸਥਾਨ ਦੀ ਪਾਪੂਲੇਸ਼ਨ ਘੱਟ ਹੈ ਪਰ ਏਰੀਆ ਵੱਡਾ। ਇਸ ਤਰ੍ਹਾਂ ਹੀ ਇੱਕ ਦੋ ਸੂਬੇ, ਗੁਜਰਾਤ ਵੀ ਵੱਡਾ, ਠੀਕ ਹੈ ਜੀ, ਮਹਾਰਾਸ਼ਟਰ ਵੱਡਾ। ਮਹਾਰਾਸ਼ਟਰ ਦੀ ਆਬਾਦੀ ਘੱਟ ਹੈ, ਹਾਲਾਂਕਿ ਭੀੜ ਭੜਕੇ ਵਾਲਾ ਕਿੱਡਾ ਵੱਡਾ ਦੁਨੀਆ ਦਾ ਪ੍ਰਸਿੱਧ ਸ਼ਹਿਰ ਹੈਗਾ, ਔਰ ਪਰ ਫਿਰ ਵੀ ਉੱਥੇ ਆਬਾਦੀ ਜਿਹੜੀ ਆ ਉਹ ਯੂਪੀ ਦੇ ਮੁਕਾਬਲੇ 'ਚ ਘੱਟ ਹੈ ਪਰ ਸਕੁਅਰ ਮਾਈਲ ਦੇ ਹਿਸਾਬ ਨਾਲ। ਜੇਕਰ ਯੂਪੀ ਸਰਕਾਰ ਸੋਚਦੀ ਹੈ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਜਾਣ, ਇੱਕ ਤਾਂ ਇਹ ਲੋਕਾਂ ਦੇ ਵਿੱਚ ਪ੍ਰਭਾਵ ਜਾਵੇ ਕਿ ਅਸੀਂ ਬੜੇ ਚਿੰਤਾ ਦੌਰਾਨ ਆਬਾਦੀ ਜਿਹੜੀ ਆ ਉਹ ਕੰਟਰੋਲ ਕਰਨੀ ਚਾਹੀਦੀ, ਬਰਥ ਕੰਟਰੋਲ ਹੋਣਾ ਚਾਹੀਦਾ, ਆਬਾਦੀ ਘਟੇ ਜਾਂ ਆਬਾਦੀ ਹੋਰ ਨਾ ਵਧੇ ਤੇ ਲੋਕਾਂ ਦਾ ਜੀਵਨ ਪੱਧਰ ਜਿਹੜਾ ਉਹ ਸੁਖਾਲਾ ਹੋ ਜਾਵੇ। ਪਰ ਦੂਜਾ ਨਿਸ਼ਾਨਾ ਉਹਦਾ ਮੁਸਲਿਮ ਕਮਿਊਨਿਟੀ ਤੇ। ਬੀਜੇਪੀ ਤੇ RSS ਜਿਹੜੇ ਆ ਉਹਨਾਂ ਦਾ ਨਿਸ਼ਾਨਾ ਹੀ ਇਹ ਆ, ਇੱਕ ਪਾਸੇ ਤੋਂ ਕਹੀ ਜਾਂਦੇ ਆ ਕਿ ਸਾਡਾ ਤਾਂ DNA ਇੱਕ ਹੀ ਹੈ, ਅਸਲ ਵਿੱਚ ਤਾਂ ਅਸੀਂ ਸਾਰੇ ਇੱਕੋ ਹੀ ਹੈਗੇ, ਮੁਸਲਮਾਨ ਕੋਈ ਹੋਰ ਵੱਖਰੇ ਨਹੀਂ ਹੈਗੇ, ਤੇ ਹਿੰਦੂ ਤੇ ਮੁਸਲਮਾਨ ਇੱਕੋ ਗੱਲ ਹੈਗੀ ਆ, ਪੁਰਖੇ ਇਹਨਾਂ ਦੇ ਇੱਕੋ ਹੀ ਹੁੰਦੇ ਸੀਗੇ। ਫਿਰ ਪਤਾ ਨਹੀਂ ਕਿਹਨਾਂ ਹਾਲਤਾਂ ਵਿੱਚ ਜਦੋਂ ਵਿਦੇਸ਼ੀ ਧਾੜਵੀ ਇੱਥੇ ਆਏ ਆ ਤੇ ਕੁਝ ਲੋਕ ਮੁਸਲਮਾਨ ਹੋ ਗਏ ਜਾਂ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਗਿਆ। ਇਹ ਗੱਲ ਠੀਕ ਵੀ ਹੋ ਸਕਦੀ ਆ, ਪਰ ਮੁਸਲਿਮ ਹੁਣ ਤਾਂ ਹੈਗੇ, ਠੀਕ ਹੈ ਜੀ, ਤੁਸੀਂ ਇਸ ਗੱਲ ਨੂੰ ਅੱਖਾਂ ਤੇ ਨਾ ਬੰਦ ਕਰ ਸਕਦੇ। ਹੁਣ ਉਹਨਾਂ ਦਾ ਮਕਸਦ ਹੈ ਕਿ ਇਹ ਜਾਂ ਤਾਂ ਸਾਡੇ ਧਰਮ ਪਰਿਵਰਤਨ ਕਰ ਲੈਣ ਜਾਂ ਸਾਡੀ ਈਨ ਮੰਨ ਲੈਣ। ਈਨ ਮਨਾਉਣ ਵਿੱਚੋਂ ਇਹ ਆ ਕਿ ਮੁਸਲਿਮ ਪਰਿਵਾਰਾਂ ਦੇ ਵਿੱਚ ਇਹ ਗੱਲ ਸੁਭਾਵਕ ਜਿਹੀ ਆ, ਪਰ ਸਮਾਜਿਕ ਤੌਰ ਤੇ ਪ੍ਰਵਾਨਿਤ ਹੈਗੀ ਆ ਕਿ 2 ਬੱਚੇ ਕੀ ਉੱਥੇ 5, 6, 7 ਵੀ ਹੁੰਦੇ। ਇਹ ਦੁਨੀਆ ਸਾਰੀ ਚ ਦਸਤੂਰ ਹੈ ਮੁਸਲਿਮ ਕਮਿਊਨਿਟੀ ਦੇ ਵਿੱਚ। ਪਰ ਇਹ ਗੱਲ ਬੀਜੇਪੀ ਨੂੰ ਹਜਮ ਨਹੀਂ ਹੁੰਦੀ। ਬੀਜੇਪੀ ਚਾਹੁੰਦੀ ਆ ਕਿ ਨਹੀਂ ਜੀ, ਜੇ ਜੋ ਅਸੀਂ ਚਾਹੁੰਦੇ ਆ, ਜੋ ਸਾਡੇ ਦਿਲ ਦਿਮਾਗ 'ਚ ਹੈਗਾ ਵਾ, ਉਹੀ ਸਾਰੀ ਦੁਨੀਆ ਤੇ ਲਾਗੂ ਹੋਊਗਾ, ਭਾਵੇਂ ਕਿਹੋ ਜਿਹੇ ਵੀ ਹਾਲਾਤ ਹੋ ਜਾਣ। ਹੁਣ ਜੋਗੀ ਸਾਹਿਬ ਨੇ ਕਹਿਤਾ ਕਿ ਜੇ ਕਿਸੇ ਦੇ 2 ਤੋਂ ਬੱਚੇ ਵੱਧ ਹੋਏ ਤੇ ਨੌਕਰੀ ਨਹੀਂ ਮਿਲੂਗੀ, 2 ਤੋਂ ਬੱਚੇ ਵੱਧ ਹੋਏ ਤੇ ਉਹਨੂੰ ਪ੍ਰਮੋਸ਼ਨ ਨਹੀਂ ਮਿਲੂਗੀ, 2 ਤੋਂ ਬੱਚੇ ਵੱਧ ਹੋਏ ਤੇ ਉਹ ਕਿਸੇ ਚੋਣ ਵਿੱਚ ਹਿੱਸਾ ਨਹੀਂ ਲੈ ਸਕਦਾ, ਜੇ ਤੀਜਾ ਬੱਚਾ ਹੋ ਗਿਆ ਤੇ ਉਹਦੀ ਚੋਣ ਹੋਈ ਨੂੰ ਕੈਂਸਲ ਕਰਤਾ ਜਾਊਗਾ। ਕੋਈ ਪੰਚਾਇਤੀ ਚੋਣ ਆ, ਕੋਈ ਮਿਊਨਿਸਪੈਲਿਟੀ ਦੀ ਚੋਣ ਆ, ਕੋਈ ਬਲਾਕ ਪੱਧਰ ਦੀ ਚੋਣ ਆ, ਕੋਈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਆ, ਕੁਛ ਵੀ ਜਿਹੜੀਆਂ ਯੂਪੀ ਦੇ ਅੰਦਰ ਹੋਣਗੀਆਂ। ਹੋ ਸਕਦਾ ਯੂਪੀ ਵਿੱਚ ਇੱਕ ਤਜਰਬਾ ਕੀਤਾ ਜਾ ਰਿਹਾ, ਇਹ ਗੱਲ ਮੁੜ ਕੇ ਸਾਰੇ ਭਾਰਤ ਵਿੱਚ ਲਾਗੂ ਕਰਨ ਦੀ ਗੱਲ ਵੀ ਕੀਤੀ ਜਾ ਸਕਦੀ। ਆਬਾਦੀ ਘਟਣੀ ਚਾਹੀਦੀ ਆ, ਆਬਾਦੀ ਤੇ ਕੰਟਰੋਲ ਹੋਣਾ ਚਾਹੀਦਾ, ਆਬਾਦੀ ਇੰਨੀ ਨਹੀਂ ਵਧਣੀ ਚਾਹੀਦੀ ਕਿ ਲੋਕੀ ਕੁਰਬਲ ਕਰਦੇ ਫਿਰਨ। ਪਰ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਉਹ ਜਿਹੜਾ ਵਾ ਬਹੁਤ ਹੈਰਾਨੀ ਵਾਲਾ ਵੀ। ਇਹਦੇ ਸਿੱਟੇ ਦੂਰ ਰਸ ਜਿਹੜੇ ਸਿੱਟੇ ਉਹ ਮਾੜੇ ਵੀ ਨਿਕਲਣਗੇ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀਆਂ ਚੋਣਾਂ ਆ ਰਹੀਆਂ ਜੀ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਕੋਈ ਨਵੀਆਂ ਵੀ ਆ ਰਹੀਆਂ ਤੇ ਪੁਰਾਣੀਆਂ ਵੀ ਆ ਰਹੀਆਂ। ਜਿਹੜੀਆਂ ਨਵੀਆਂ ਆ ਰਹੀਆਂ ਪਾਰਟੀਆਂ ਉਹ ਨਵੇਂ ਮਨ ਨੂੰ ਲੁਭਾਉਣ ਵਾਲੇ, ਲੋਕਾਂ ਨੂੰ ਲੁਭਾਉਣ ਵਾਲੇ ਜਿਹੜੇ ਹੈਗੇ ਉਹ ਲਾਲਚ ਦੇ ਰਹੇ ਆ, ਨਾਅਰੇ ਦੇ ਰਹੇ ਆ ਪਾਰਟੀਆਂ। ਪੰਜਾਬ ਦੇ ਵਿੱਚ ਹੁਣ ਪਹਿਲਾਂ ਵੀ ਮੁਫਤ ਬਿਜਲੀ ਚੱਲ ਰਹੀ ਆ, ਟਿਊਬਲਾਂ ਨੂੰ ਵੀ ਕਿਸਾਨਾਂ ਨੂੰ ਵੀ ਦਿੱਤੀ ਜਾ ਰਹੀ ਆ, ਪਰ ਹੁਣ ਜਿਹੜੀਆਂ ਹੈਗੀਆਂ ਕਈ ਪਾਰਟੀਆਂ ਕਹਿ ਰਹੀਆਂ ਕਿ ਅਸੀਂ 300 ਦੇ ਦਾਂਗੇ, ਦੂਜੀ ਆ ਕੇ ਕਹਿੰਦੀ ਅਸੀਂ 350 ਦੇ ਦਾਂਗੇ। ਇਹ ਕੀ ਆ ਸਾਰੀ, ਕਿਉਂ ਭੱਬਾਂ ਭਾਰ ਹੋ ਰਹੀਆਂ? ਇਹ ਸਾਰੀਆਂ ਜਿਹੜੀਆਂ ਰਾਜਸੀ ਪਾਰਟੀਆਂ ਆਈਆਂ ਇੱਕ ਦੂਜੇ ਦੇ ਮੂਹਰ ਦੀ ਕਾਹਦੀ ਦੌੜ ਚੱਲ ਰਹੀ ਹੈ? ਬੜੀ ਮੰਦਭਾਗੀ ਗੱਲ ਹੈ ਕਿ ਗੁਰੂ ਨਾਨਕ ਦੀ ਧਰਤੀ ਪੰਜਾਬ ਜਿਹੜੀ ਕਿਰਤ ਦੇ ਫਲਸਫੇ ਦੇ ਨਾਲ ਜੁੜੀ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਹੋਰ ਕੁਛ ਨਹੀਂ, ਸਭ ਤੋਂ ਪਹਿਲੀ ਗੱਲ ਕਹੀ ਕਿ ਕਿਰਤ ਕਰੋ, ਮਿਹਨਤ ਕਰੋ, ਫਿਰ ਰਲ ਮਿਲ ਕੇ ਖਾਓ, ਠੀਕ ਹੈ। ਉਸ ਕਿਰਤ ਦੇ ਫਲਸਫੇ ਨੂੰ ਬੁਰੀ ਤਰ੍ਹਾਂ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਸੀ ਪਾਰਟੀਆਂ ਵੱਲੋਂ। ਲੋਕਾਂ ਨੂੰ ਮੰਗਤੇ ਬਣਾਇਆ ਜਾ ਰਿਹਾ। ਸ਼ੁਰੂਆਤ ਕੀਤੀ ਬਾਦਲ ਸਰਕਾਰ ਨੇ। ਬਾਦਲ ਸਰਕਾਰ ਨੇ ਪਹਿਲਾਂ ਇਹ ਕਿਹਾ ਕਿ ਅਸੀਂ ਟੋਟਲ ਕਿਸਾਨਾਂ ਨੂੰ ਬਿਜਲੀ ਜਿਹੜੀ ਆ ਉਹ ਫਰੀ ਦੇਣੀ। ਕਿਸਾਨਾਂ ਨੇ ਬਿਜਲੀ ਫਰੀ ਨਹੀਂ ਮੰਗੀ, ਹਾਲਾਂਕਿ
ਚਲੋ ਕਿਸੇ ਹੋਰ ਸੂਬਿਆਂ 'ਚ ਵੀ ਇਦਾਂ ਦੀ ਗੱਲ ਚੱਲੀ ਸੀ, ਹੈਗੀ ਵੀ ਆ। ਕਿਸਾਨ ਕਹਿੰਦੇ ਬਿਜਲੀ ਸਾਨੂੰ ਮਿਲੇ ਤੇ ਸਹੀ, ਮਿਲਦੀ ਹੀ ਨਹੀਂ। ਮੁਫਤ ਦੀ ਗੱਲ ਨਹੀਂ ਅਸੀਂ ਕਰਦੇ। ਹੁਣ ਮੁਫਤ ਬਿਜਲੀ ਦੀ ਗੱਲ ਆਪਾਂ ਚਲੋ ਹੋਈ ਹੈ, ਮੁਫਤ ਬਿਜਲੀ ਦਾ ਫਾਇਦਾ ਕਿਹਨੂੰ ਹੋਇਆ? ਵੱਡੇ ਘਰਾਟਾਂ ਨੂੰ, ਜਿਹਦੇ 500 ਕਿੱਲਾ, ਉਹਨਾਂ ਨੂੰ ਫਾਇਦਾ ਹੋ ਗਿਆ ਹੋਊਗਾ। ਸਰਕਾਰ ਨੂੰ ਕੋਈ ਫਾਇਦਾ ਨਹੀਂ ਹੋਇਆ, ਕਿਸਾਨ ਨੂੰ ਵੀ ਕੋਈ ਫਾਇਦਾ ਨਹੀਂ ਹੋਇਆ। ਕਿਸਾਨ ਨੂੰ ਕਿੱਦਾਂ ਫਾਇਦਾ ਨਹੀਂ ਹੋਇਆ? ਜਦੋਂ ਕਿਸਾਨ ਦੀ ਫਸਲ ਦੀ ਕੀਮਤ ਨਿਰਧਾਰਿਤ ਕੀਤੀ ਜਾਂਦੀ, ਜਿਹਨੂੰ MSP ਕਹਿੰਦੇ ਸੀ, ਜਿਹਦਾ ਇੰਨਾ ਰੌਲਾ ਪਿਆ ਹੋਇਆ, ਉਹ ਜਦੋਂ ਨਿਰਧਾਰਿਤ ਹੁੰਦੀ ਹੈ ਤੇ ਉਹ ਦੇਖਿਆ ਜਾਂਦਾ ਕਿ ਇਹਦਾ ਖਰਚਾ ਕੀ ਹੈ, ਕਿਸਾਨ ਦਾ ਇਹ ਫਸਲ ਨੂੰ ਪੈਦਾ ਕਰਨ ਤੇ ਕਿੰਨਾ ਖਰਚਾ ਹੈ। ਜਦੋਂ ਬਿਜਲੀ ਦੇ ਵਿੱਚ ਆਉਂਦੀ ਗੱਲ, ਉਦੋਂ ਅੱਗੇ ਆ ਜਾਂਦਾ 0। ਇਹਦਾ ਮਤਲਬ MSP ਘਟ ਗਈ। ਜੇ ਉਹ ਜਿੰਨਾ ਵੀ ਖਰਚਾ ਆਵੇ ਜੇ ਉਹ ਵਿੱਚ ਜੋੜਿਆ ਜਾਵੇ ਤੇ ਉਦੋਂ ਉਹਦਾ ਕੀ ਹੋਊਗਾ? ਕੀਮਤ ਵਧੂਗੀ। ਹੁਣ ਨੁਕਸਾਨ ਕਿਸਾਨ ਨੂੰ ਹੀ ਹੋ ਗਿਆ ਨਾ, ਸਰਕਾਰ ਨੂੰ ਵੀ ਫਾਇਦਾ ਨਹੀਂ ਹੈ। ਸਰਕਾਰ ਨੇ ਆਪਦੇ ਬਜਟ ਦੇ ਵਿੱਚੋਂ ਇੱਕ ਜਿਹੜਾ ਫਿਕਸ ਬਜਟ ਰੱਖ ਲਿਆ ਕਿ ਇਹ ਸਾਨੂੰ ਕਿਸਾਨਾਂ ਨੂੰ ਮੁਫਤ ਬਿਜਲੀ ਦੇਣੀ ਪੈਣੀ। ਤੁਹਾਨੂੰ ਇਹ ਨਹੀਂ ਲੱਗਦਾ ਕਿਤੇ ਨਾ ਕਿਤੇ ਵੀ ਜਿਹੜੇ ਫ੍ਰੀ ਜਿਹੜਾ ਚੀਜ਼ਾਂ ਦੇਣ ਦਾ ਹੈਗਾ ਮਸਲਾ, ਇਹ ਉਹਨਾਂ ਨੇ ਆਪਣੇ ਆਪ ਨੂੰ ਹੀ ਫਾਇਦੇ ਦੇਣ ਦੀਆਂ ਗੱਲਾਂ ਹੋਈਆਂ? ਮੰਨ ਲਓ ਇੱਕ ਕਿਸਾਨ ਕੋਲ ਤਾਂ 5 ਕਿੱਲੇ ਆ ਤੇ ਇੱਕ ਮੰਤਰੀ ਕੋਲੇ 500 ਕਿੱਲਾ, ਤੇ ਕਿਸਾਨ ਨੂੰ ਤਾਂ ਕੋਈ ਨਹੀਂ ਫਾਇਦਾ, 500 ਕਿੱਲੇ ਦਾ ਫਾਇਦਾ। ਉਹ ਤਾਂ ਗੱਲ ਤੁਹਾਡੀ ਠੀਕ ਆ, ਵੱਡਿਆਂ ਨੂੰ ਵੀ ਫਾਇਦਾ ਹੋਣਾ ਤੇ ਛੋਟਿਆਂ ਨੂੰ ਫਾਇਦਾ ਕੋਈ ਨਹੀਂ ਹੋਣਾ ਹੁੰਦਾ। ਹੁਣ ਤੁਸੀਂ ਦੇਖੋ ਅਸਲ ਵਿੱਚ ਕੀ ਹੋਇਆ ਕਿ ਇੱਕ ਤਾਂ ਮੈਂ ਤੁਹਾਨੂੰ ਦੱਸੀ ਕਿ ਕਿਸਾਨ ਨੂੰ ਕੋਈ ਫਾਇਦਾ ਨਹੀਂ, ਸਰਕਾਰ ਨੂੰ ਵੀ ਨੁਕਸਾਨ ਹੋ ਗਿਆ। ਸਰਕਾਰ ਦੇ ਬਜਟ ਵਿੱਚੋਂ ਉਹਨੇ ਪੈਸੇ ਜਿਹੜੇ ਆ ਉਹ ਹਜ਼ਾਰਾਂ ਜਿਹੜੇ ਕਰੋੜ ਰੁਪਈਆ ਜਿਹੜਾ ਸੀਗਾ ਉਹ ਬਜਟ ਦੇ ਵਿੱਚ ਰਾਖਵਾਂ ਰੱਖਣਾ ਪੈ ਗਿਆ। ਉਹੀ ਉਹ ਬਜਟ ਕਿਸੇ ਹੋਰ ਪਾਸੇ ਵੀ ਯੂਜ਼ ਕੀਤਾ ਜਾ ਸਕਦਾ ਸੀਗਾ। ਕਿਸਾਨ ਨੂੰ ਨੁਕਸਾਨ ਇਹ ਹੋ ਗਿਆ ਕਿ ਉਹ ਜਿਹੜਾ ਉਹਦੀ MSP ਘਟ ਗਈ, ਫਸਲ ਦੀ ਜਿਹੜੀ ਕੀਮਤ ਨਿਰਧਾਰਿਤ ਹੋਣੀ ਸੀਗੀ ਉਹ ਘਟ ਗਈ। ਉਂਝ ਭਾਵੇਂ MSP ਤੇ ਫਸਲ ਉਹਦੀ ਚੁੱਕ ਹੁੰਦੀ ਜਾਂ ਨਹੀਂ ਚੁੱਕ ਹੁੰਦੀ, ਸਿਰਫ 2 ਫਸਲਾਂ ਦੀ ਗੱਲ ਹੀ ਪੰਜਾਬ ਵਿੱਚ ਤਾਂ ਹੁੰਦੀ ਹੈ, ਇੱਕ ਕਣਕ ਇੱਕ ਝੋਨਾ। ਹੁਣ ਉਸ ਤੋਂ ਬਾਅਦ ਕੀ ਹੋਇਆ? ਕੁੱਲ ਮਿਲਾ ਕੇ ਗੱਲ ਕਿੱਥੇ ਫੋਕਸ ਹੋ ਰਹੀ ਹੈ ਕਿ ਰਾਜ ਕਰਨ ਵਾਲੀਆਂ ਪਾਰਟੀਆਂ ਜਾਂ ਇਹ ਵੋਟਾਂ ਵਟੋਰਨ ਵਾਲੀਆਂ ਪਾਰਟੀਆਂ ਵੋਟਾਂ ਵਟੋਰਨ ਦੇ ਲਈ ਨਵੇਂ ਤਰੀਕੇ ਅਪਣਾਉਂਦੀਆਂ। ਉਦੋਂ ਸਰਕਾਰ ਨੇ ਸੋਚਿਆ, ਉਸ ਵੇਲੇ ਸਰਕਾਰ ਨੇ, ਕਿ ਕਿਸਾਨ ਖੇਤੀ ਪ੍ਰਧਾਨ ਦੇਸ਼ ਹੈ, ਖੇਤੀ ਪ੍ਰਧਾਨ ਪੰਜਾਬ ਸੂਬਾ, ਮੈਜੋਰਿਟੀ ਜਿਹੜੇ ਲੋਕ ਆ ਖੇਤੀ ਨਾਲ ਜੁੜੇ ਹੋਏ ਆ, ਤੇ ਕਿਉਂ ਨਾ ਇਹਨਾਂ ਦੀਆਂ ਵੋਟਾਂ ਲੈਣ ਦੇ ਲਈ ਇੱਕ ਨੁਕਤਾ ਜਿਹੜਾ ਉਹ ਉਭਾਰ ਲਿਆ ਜਾਵੇ। ਔਰ ਉਹਨਾਂ ਨੇ ਵੋਟਾਂ ਲੈ ਲਈਆਂ, ਸੱਚੀ ਮੁੱਚੀ ਲੈ ਲਈਆਂ। ਉਦੋਂ ਬਾਅਦ ਗੱਲ ਆ ਗਈ ਕਿ ਜੀ ਜਿਹੜੇ ਗਰੀਬ ਤਬਕਾ ਉਹਨੂੰ ਵੀ ਕੋਈ ਏਦਾਂ ਦੀ ਸਹੂਲਤ ਦਿੱਤੀ ਜਾਵੇ। ਉਹਨੂੰ ਹੋਰ ਕਈ ਸਕੀਮਾਂ ਦੇ ਨਾਲ ਇਹ ਵੀ ਹੋਇਆ ਕਿ 200 ਯੂਨਿਟ ਤੱਕ ਬਿਜਲੀ ਜਿਹੜੀ ਆ ਉਹ ਫ੍ਰੀ ਹੋਊਗੀ, ਹੈਗੀ ਹੈ, ਅਜੇ ਵੀ ਚੱਲਦੀ ਪਈ ਹੈ। ਉਹ ਬਾਦਲ ਸਰਕਾਰ ਨੇ ਮਿਸ਼ਨ ਸ਼ੁਰੂ ਕੀਤੀ ਸੀ, ਪਰ ਕਾਂਗਰਸ ਸਰਕਾਰ ਵੀ ਉਹਨੂੰ ਰੋਕ ਨਹੀਂ ਸਕੀ। ਕਾਰਨ ਕੀ ਹੈ? ਵੋਟਾਂ, ਮਸਲਾ ਵੋਟਾਂ ਦਾ ਹੀ। ਹੁਣ ਕੀ ਹੋਇਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਆ ਅਰਵਿੰਦ ਕੇਜਰੀਵਾਲ, ਉਹ ਪੰਜਾਬ ਵਿੱਚ ਆਏ, ਸਪੈਸ਼ਲ ਆਏ, ਪਤਾ ਨਹੀਂ ਕੀ ਇੱਥੇ ਕਰ ਦੇਣਾ, ਕੀ ਖਾਸ ਅਨਾਉਂਸਮੈਂਟ ਕਰ ਦੇਣੀ ਹੈ। ਸਾਰੀ ਆਮ ਆਦਮੀ ਪਾਰਟੀ ਪੱਬਾਂ ਭਾਰ ਹੋਈ ਪਈ ਸੀ ਕਿ ਇੱਕ ਬੜੀ ਵੱਡੀ ਅਨਾਉਂਸਮੈਂਟ ਕਰਨ ਆ ਰਿਹਾ ਕੇਜਰੀਵਾਲ। ਉਹ ਕਹਿੰਦੇ ਪੁੱਟਿਆ ਪਹਾੜ ਤੇ ਨਿਕਲੀ ਚੂਹੀਆ, ਉਹ ਵੀ ਮਰੀ ਹੋਈ। ਨਿਕਲਿਆ ਕੀ ਜੀ ਕਿ ਅਸੀਂ ਜੀ 300 ਯੂਨਿਟ ਤੱਕ ਬਿਜਲੀ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਫ੍ਰੀ ਦਿਆਂਗੇ। ਠੀਕ ਹੈ, ਹਾਲਾਂਕਿ ਜਿਹੜੇ ਉਹ ਬਿਜਲੀ ਫ੍ਰੀ ਵਾਲਾ ਕਨਸੈਪਟ ਉਹਨਾਂ ਦਾ ਦਿੱਲੀ ਵਿੱਚ ਹੈਗਾ, ਉਹ ਡਿਫਰੈਂਟ ਹੈ। ਉਹ ਹੈ ਕਿ ਜੇ ਉਦੋਂ ਵੱਧ ਬਿਜਲੀ ਕੋਈ ਫੂਕਦਾ ਹੈਗਾ, ਵਰਤਦਾ ਹੈਗਾ, ਉਹ ਸਾਰੇ ਪੈਸੇ ਦੇਣੇ ਪੈਂਦੇ। ਉਹ ਕੇਜਰੀਵਾਲ ਸਾਹਿਬ ਆ ਬਿਆਨ ਦੇ ਕੇ ਖੁਦ ਫਸੇ ਰਹੇ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਉਹ ਸਫਾਈਆਂ ਦੇਈ ਜਾਂਦੀ ਹੈ। ਪਰ ਹੁਣ ਕੀ ਹੋਇਆ? ਨਵਾਂ ਕੀ ਹੋ ਗਿਆ? ਨਵਾਂ ਹੋ ਗਿਆ ਵੀ ਕੈਪਟਨ ਸਾਹਿਬ ਕਿਹੜਾ ਘੱਟ ਹੈ ਕਿਸੇ ਨਾਲ। ਕੈਪਟਨ ਸਾਹਿਬ ਕਹਿੰਦੇ ਜੀ ਜਿਹੜਾ 300 ਯੂਨਿਟ ਜਿਹੜਾ ਉਹ ਤਾਂ ਜਾਂਦਾ ਹੀ ਜਾਂਦਾ, ਅਸੀਂ ਆਮ ਲੋਕਾਂ ਨੂੰ ਦਿੰਦੇ ਆ, ਗਰੀਬ ਤਬਕੇ ਨੂੰ। ਜਿਹੜੇ ਫਰੀਡਮ ਫਾਈਟਰ ਹੈ ਇਹਨਾਂ ਨੂੰ ਵੀ 300 ਯੂਨਿਟ ਦਿੱਤਾ ਜਾਊਗਾ। ਹੁਣ ਫਰੀਡਮ ਫਾਈਟਰ ਜਿਹੜੀ ਉਹਦੀ ਪਛਾਣ ਕਰਨ ਵਾਲੀ ਗੱਲ, ਫਿਰ ਇੱਕ ਆਜ਼ਾਦੀ ਘੁਲਟ ਗਿਆ ਸੀਗਾ, ਉਹ ਆਜ਼ਾਦ ਹਿੰਦ ਫੌਜ ਵਿੱਚ ਸੀ ਜਾਂ ਉਹਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕੁਝ ਹਿੱਸਾ ਪਾਇਆ, ਉਹ ਆਪ ਤਾਂ ਹੈ ਹੀ ਨਹੀਂ। ਉਹਦੇ ਪੁੱਤ ਪੋਤੇ ਪਰਿਵਾਰ ਜਿਹੜੇ ਗਾਂਵ ਆ, ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਆਜ਼ਾਦੀ ਘੁਲਟ ਕੇ ਪਰਿਵਾਰ ਦਾ ਇੱਕ ਸਰਟੀਫਿਕੇਟ ਬਣਦਾ ਉੱਥੇ, ਉਹ ਸਰਟੀਫਿਕੇਟ ਹਾਸਲ ਕਰ ਲੈਣਗੇ ਤੇ ਉਹਨਾਂ ਨੂੰ ਵੀ ਬਿਜਲੀ ਫ੍ਰੀ ਦਿੱਤੀ ਜਾਊਗੀ। ਸਵਾਲ ਪੈਦਾ ਹੁੰਦਾ ਕਿ ਉਸ ਟੱਬਰ ਨੂੰ ਕਿੰਨਾ ਕੁ ਫਾਇਦਾ ਹੋ ਜਾਊਗਾ? ਕੋਈ ਫਾਇਦਾ ਹੋਣ ਦੇ ਚਾਂਸਸ ਨਹੀਂ ਹੈਗੇ। ਹਾਂ, ਫਾਇਦਾ ਇਹ ਹੋਊਗਾ ਫਰੀਡਮ ਫਾਈਟਰਾਂ ਦੀਆਂ ਵੋਟਾਂ ਜਿਹੜੀਆਂ ਉਹ ਕੈਪਟਨ ਦੇ ਡੱਬੇ 'ਚ ਪੈ ਜਾਣਗੀਆਂ। ਸੋ ਮਤਲਬ ਉੱਥੇ ਜਿਹੜਾ ਸਾਰਾ ਕੁਛ ਹੀ ਚੱਲ ਰਿਹਾ ਉਹਦਾ ਸਿੱਧਾ ਸੰਬੰਧ ਵੋਟਾਂ ਲੁੱਟਣ ਦੇ ਨਾਲ ਹੈ ਕਿ ਕਿਸੇ ਵੀ ਤਰੀਕੇ ਨਾਲ ਇਹ ਵੋਟਾਂ ਲੁੱਟ ਲਈਆਂ ਜਾਣ। ਵੋਟਾਂ ਲੈਣੀਆਂ ਨਹੀਂ ਗੱਲ ਹੁੰਦੀ, ਵੋਟ ਦੇਣੀ ਦਾ ਅਧਿਕਾਰ ਜਿਹੜਾ ਕਿਸੇ ਦਾ, ਹਰ ਇੱਕ ਦਾ ਆਪਣਾ ਇੰਡੀਵਿਜੂਅਲ ਦਾ ਹੈਗਾ। ਉਹਨੇ ਕਿਹਨੂੰ ਵੋਟ ਪਾਉਣੀ ਕਿਹਨੂੰ ਨਹੀਂ ਪਾਉਣੀ ਉਹਦਾ ਆਪਦਾ ਹੱਕ ਹੈ, ਪਰ ਲੁੱਟਣ ਵਾਲੀ ਗੱਲ ਉਹਨੂੰ ਦਿਖਾ ਕੇ ਕਿਹਾ
ਜਿਵੇਂ ਹੁੰਦਾ ਨਾ ਕਿਸੇ ਬੱਚੇ ਨੂੰ ਆਪਾਂ ਆਪਦੇ ਕੋਲ ਸੱਦਣਾ ਹੋਵੇ ਤੇ ਬੱਚਾ ਕਹਿੰਦਾ ਮੈਂ ਨਹੀਂ ਆਉਣਾ, ਫਿਰ ਅਸੀਂ ਇਹਨੂੰ ਕੋਈ ਚੀਜ਼ ਦਿੰਦੇ ਆ, ਦਿਖਾਉਂਦੇ ਆ ਯਾਰ ਦੇਖ ਤੂੰ, ਫਿਰ ਉਹ ਭੱਜ ਕੇ ਲਾਲਚ ਨਾਲ ਆਉਂਦਾ। ਸੋ ਇਹ ਇੱਕ ਜਿਹੜਾ ਹੈਗਾ 300 ਯੂਨਿਟਾਂ ਦਾ ਬਿਜਲੀ ਦਾ ਇੱਕ ਖਿਡੌਣਾ ਦਿਖਾ ਕੇ ਬੱਚਿਆਂ ਨੂੰ ਆਪਦੇ ਵੱਲ ਕਰਨ ਦੀ ਗੱਲ ਹੈ। ਬੱਚੇ ਹੀ ਅਸੀਂ ਜਦੋਂ ਅਸੀਂ ਬਿਨਾਂ ਦੇਖੇ ਸੋਚੇ ਸਮਝੇ ਵੋਟਾਂ ਪਾ ਦਿੰਦੇ ਹਾਂ, ਅਸੀਂ ਇਹ ਨਹੀਂ ਵੇਖਦੇ ਕਿ ਇਹਦਾ ਨਫਾ ਕੀ ਹੈ ਤੇ ਨੁਕਸਾਨ ਕੀ ਹੈ। ਠੀਕ ਹੈ ਜੀ, ਏਦਾਂ ਦੀਆਂ ਬੜੀਆਂ ਹੋਰ ਸਹੂਲਤਾਂ ਵੀ ਜਿਹੜੀਆਂ ਉੱਥੇ ਚੱਲੀਆਂ ਹੋਈਆਂ, ਇਹ ਸ਼ਗਨ ਸਕੀਮ ਹੈ ਜੀ, ਇਹ ਆਟਾ ਦਾਲ ਸਕੀਮ ਹੈ ਜੀ, ਇਹ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਦੀ ਸਕੀਮ ਹੈ, ਏਦਾਂ ਦੀਆਂ ਸਕੀਮਾਂ ਕਰਾ ਕੇ ਅਲਟੀਮੇਟਲੀ ਖਰਚਾ, ਅਲਟੀਮੇਟਲੀ ਬੋਝ ਜਿਹੜਾ ਉਹ ਪੰਜਾਬ ਦੀ ਆਮ ਜਨਤਾ ਤੇ ਹੀ ਪੈਣਾ ਹੁੰਦਾ। ਜਨਤਾ ਨੂੰ ਸੋਚਣ ਦੀ ਲੋੜ ਚਾਹੀਦਾ ਤਾਂ ਇਹ ਹੈ ਕਿ ਇਸ ਫ੍ਰੀ ਦੀਆਂ ਸਕੀਮਾਂ ਦੇ ਨਾਲੋਂ ਰੁਜ਼ਗਾਰ ਵੱਧ ਤੋਂ ਵੱਧ ਦਿੱਤੇ ਜਾਣ, ਵੱਧ ਤੋਂ ਵੱਧ ਫੈਕਟਰੀਆਂ ਲਾਈਆਂ ਜਾਣ, ਵੱਧ ਤੋਂ ਵੱਧ ਇੰਡਸਟਰੀ ਲਿਆਈ ਜਾਵੇ ਤੇ ਰੁਜ਼ਗਾਰ ਮਿਲੇ। ਬਿਲਕੁਲ। ਅਗਲੀ ਗੱਲ ਜੇ ਕਰ ਲਈਏ ਤੇ ਪੰਜਾਬ ਦੇ ਵਿੱਚ ਜੇ ਆਪਾਂ ਰਾਜਸੀ ਪਾਰਟੀਆਂ ਦੀ ਗੱਲ ਕਰੀਏ ਤੇ ਭਾਜਪਾ ਦੀ ਜਿਹੜੀ ਪੰਜਾਬ ਇਕਾਈ ਆ ਉਹਦੀ ਫੋਟਾ ਦਿਨੋਂ ਦਿਨ ਸਾਹਮਣੇ ਵੱਧਦੀ ਜਾ ਰਹੀ ਆ। ਇੱਕ ਦੂਜੇ ਤੇ ਇਲਜ਼ਾਮਬਾਜ਼ੀ ਹੈ ਜਿਹੜੀ ਉਹ ਇੱਕ ਦੂਜੇ ਤੇ ਲਾਈ ਜਾ ਰਹੀ ਆ, ਕੋਈ ਕੁਛ ਕਹਿ ਰਿਹਾ, ਕੋਈ ਇੱਕ ਦੂਜੇ ਨੂੰ ਕੁਛ ਕਹਿ ਰਿਹਾ। ਲੱਗਦਾ ਇਹ ਤੁਹਾਨੂੰ ਕੀ ਲੱਗਦਾ ਇਹ ਫੁੱਟ ਕਿਉਂ ਵੱਧ ਰਹੀ ਹੈ? ਕੀ ਕਾਰਨ ਕੀ ਹੈ? ਕਹਾਣੀ ਕੀ ਵਿੱਚ? ਇਲਜ਼ਾਮਬਾਜ਼ੀਆਂ ਤੋਂ ਗੱਲ ਹੁਣ ਅੱਗੇ ਲੰਘ ਗਈ ਜੀ। ਭਾਜਪਾ ਦਾ ਇੱਕ ਸਾਬਕਾ ਮੰਤਰੀ ਸੀ ਅਨਿਲ ਜੋਸ਼ੀ, ਉਹਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਬਾਹਰ ਕੱਢਤਾ ਗਿਆ। 6 ਸਾਲਾਂ ਲਈ ਕਹਿ ਲਓ ਜਾਂ ਸਾਰੀ ਉਮਰ ਲਈ ਕਹਿ ਲਓ, ਇੱਕੋ ਗੱਲ ਇਹ ਨਹੀਂ 6 ਸਾਲਾਂ ਬਾਅਦ ਉਹਨੂੰ ਵਾਪਸ ਲੈਣਾ ਵੀ ਹੁਣ ਤੋਂ ਦੁੱਧ ਧੱਕਾ ਹੋ ਗਿਆ। ਉਹ 6 ਸਾਲਾਂ ਨੂੰ ਥੋੜੀ ਹੁਣ 6 ਦਿਨ ਨਹੀਂ ਉਡੀਕਣਾ ਕਿਸੇ ਹੋਰ ਪਾਰਟੀ ਚਲ ਜੂ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ। ਉਂਝ ਵੈਸੇ ਇਹ ਲੱਛਣ ਪਹਿਲਾਂ ਹੀ ਦਿਸਦੇ ਸੀਗੇ ਕਿ ਉਹਦੇ ਖਿਲਾਫ ਕੋਈ ਵੱਡੀ ਕਾਰਵਾਈ ਹੋਣ ਵਾਲੀ ਹੈ। ਹਾਂ, ਕਿਉਂ ਹੋਇਆ ਸਾਰਾ ਕੁਝ, ਫੁੱਟ ਇਸ ਤਰੀਕੇ ਦੀ ਕਿਉਂ ਸਾਹਮਣੇ ਆਏ? ਦਰਅਸਲ ਇਹ ਸਾਰੇ ਦੇ ਪਿੱਛੇ ਕਿਸਾਨੀ ਅੰਦੋਲਨ ਜਿਹੜਾ ਵਾ ਉਹ ਮੁੱਦਾ ਹੈ। ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਪੰਜਾਬ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਹੈ, ਜਿਹੜੀ ਪੁਰਾਣੀ ਹੈ ਹੰਡੀ ਵਰਤੀ ਲੀਡਰਸ਼ਿਪ ਜਿਹੜੀ ਹੈ, ਉਹ ਇਹ ਮਹਿਸੂਸ ਕਰਦੀ ਹੈ ਕਿ ਕਿਸਾਨਾਂ ਨਾਲ ਧੱਕਾ ਹੋ ਰਿਹਾ, ਕਿਸਾਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ, ਉਹਨਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ। ਇਨਸਾਫ ਦੀ ਬਹੁਤ ਦੂਰ ਹੈ, ਗੱਲ ਹੀ ਨਹੀਂ ਸੁਣੀ ਜਾ ਰਹੀ। ਕਿੰਨੇ ਚਿਰ ਤੋਂ ਕਿਸਾਨ ਜਿਹੜੇ ਆ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੈਗੇ। ਪਹਿਲਾਂ ਪੰਜਾਬ ਦੇ ਵਿੱਚ ਥਾਂ ਥਾਂ ਤੇ ਬੈਠੇ ਸੀ, ਹਰਿਆਣੇ 'ਚ ਬੈਠੇ ਸੀ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਾ ਕੇ ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ, ਟਿਕਰੀ ਬਾਰਡਰ, ਉੱਥੇ ਜਾ ਕੇ ਹਜ਼ਾਰਾਂ ਦੀ ਗਿਣਤੀ, ਲੱਖਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਉੱਥੇ ਗਏ। ਇਕੱਲੇ ਕਿਸਾਨ ਨਹੀਂ ਗਏ, ਮਜ਼ਦੂਰ ਵੀ ਗਏ, ਬੁੱਧੀਜੀਵੀ ਵੀ ਗਏ, ਵਿਦਿਆਰਥੀ ਵੀ ਗਏ, ਮੁਲਾਜ਼ਮ ਵੀ ਗਏ, ਸਾਰੇ ਲੋਕ ਗਏ। ਪਰ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਜਿਹੜੀ ਆ ਉਹ ਆਪਦੀ ਕੇਂਦਰੀ ਲੀਡਰਸ਼ਿਪ ਨੂੰ ਅਸਲੀਅਤ ਤੋਂ ਜਾਣੂ ਨਹੀਂ ਕਰਵਾ ਸਕੀ। ਸਿਰਫ ਇਹ ਸੀਗਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਬੋਲੇ ਜਾਂ ਅਸੀਂ ਕੋਈ ਏਦਾਂ ਦੀ ਗੱਲ ਕੀਤੀ, ਸਾਡੀ ਕੇਂਦਰੀ ਲੀਡਰਸ਼ਿਪ ਜਿਹੜੀ ਆ ਨਾਰਾਜ਼ ਹੋ ਜਾਊਗੀ। ਝਾਕ ਸਾਰਿਆਂ ਨੂੰ ਚੌਧਰ ਦੀ ਹੈਗੀ ਹੈ ਵੀ ਜੇ ਮੈਂ ਹਾਂ 'ਚ ਹਾਂ ਰਲਾਈ ਜਾਊਂ ਗਰੇਵਾਲ ਵਾਂਗੂ ਤੇ ਮੈਨੂੰ ਸ਼ਾਇਦ ਕੋਈ ਵੱਡਾ ਉਹਦਾ ਮੌਕਾ ਆਉਣ ਤੇ ਮਿਲ ਜਾਊਗਾ। ਪਰ ਸਾਰਿਆਂ ਦਾ ਸੋਚ ਇੱਕੋ ਜਿਹੀ ਨਹੀਂ ਹੁੰਦੀ। ਅਨਿਲ ਜੋਸ਼ੀ ਨੇ ਇਸ ਗੱਲ ਦੀ ਤਿੱਖੀ ਵਿਰੋਧਤਾ ਕੀਤੀ। ਇਹ ਤੋਂ ਪਹਿਲਾਂ ਵੀ ਕੁਝ ਨੇਤਾਵਾਂ ਨੇ ਵਿਰੋਧਤਾ ਕੀਤੀ ਸੀ, ਕੁਛ ਉਹਨਾਂ ਨੇ ਵਾਪਸ ਮੁੜ ਕੇ ਗੱਲ ਲੈ ਲਈ, ਗੁਣ ਗਾਉਣੇ ਸ਼ੁਰੂ ਕਰਤੇ ਕਾਨੂੰਨਾਂ ਦੇ ਵੀ ਕਾਨੂੰਨ ਤਾਂ ਬਹੁਤ ਚੰਗੇ ਆ ਜੀ, ਸੱਚੀ ਮੁੱਚੀ ਪ੍ਰਧਾਨ ਮੰਤਰੀ ਨੇ ਤਾਂ ਕਿਸਾਨਾਂ ਦੀ ਕਾਇਆ ਕਲਪ ਕਰ ਦੇਣੀ ਹੈ, ਉਹਨਾਂ ਦੀ ਜ਼ਿੰਦਗੀ ਸੁਧਾਰ ਦੇਣੀ ਹੈ, ਉਹਨਾਂ ਦੀਆਂ ਜਿਹੜੀਆਂ ਕਮਾਈ ਜਿਹੜੀ ਆ ਉਹ ਦੁੱਗਣੀ ਚੌਗਣੀ ਕਰ ਦੇਣੀ ਹੈ। ਪਰ ਕੁਛ ਲੋਕਾਂ ਨੂੰ ਪਤਾ ਸੀਗਾ ਕਿ ਸਾਰਾ ਕੁਛ ਗਲਤ ਹੋ ਰਿਹਾ, ਧੱਕਾ ਹੋ ਰਿਹਾ। ਉਸ ਧੱਕੇ ਦੇ ਖਿਲਾਫ ਜੇ ਕਿਸਾਨ ਬੋਲਦੇ ਤਾਂ ਉਹਨਾਂ ਦੀ ਗੱਲ ਤਾਂ ਸੁਣੀ ਜਾਵੇ। ਠੀਕ ਹੈ ਜੀ। ਉਂਝ ਕਿਸਾਨਾਂ ਨੇ ਬੀਜੇਪੀ ਦਾ ਉੱਥੇ ਜੀਣਾ ਦੁੱਭਰ ਕੀਤਾ ਹੋਇਆ ਪੰਜਾਬ ਵਿੱਚ, ਖਾਸ ਕਰਕੇ ਹਰਿਆਣੇ ਵਿੱਚ ਵੀ ਹੈ, ਪੰਜਾਬ ਵਿੱਚ ਵੀ। ਪੰਜਾਬ ਵਿੱਚ ਤਾਂ ਉਹਨਾਂ ਨੂੰ ਘਰੋਂ ਨਹੀਂ ਬਾਹਰ ਨਿਕਲਣ ਦਿੱਤਾ ਜਾ ਰਿਹਾ। ਹਰਿਆਣੇ ਵਾਲੇ ਜੇ ਆਕੜ ਖੋਰੇ ਰਵੱਈਏ ਕਰਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਹਰਿਆਣੇ ਦੇ ਮੁੱਖ ਮੰਤਰੀ ਦਾ 2-3 ਵਾਰੀ ਹੈਲੀਕਾਪਟਰ ਨੇ ਉੱਤਰ ਦਿੱਤਾ, ਨਾ ਉਪ ਮੁੱਖ ਮੰਤਰੀ ਦਾ। ਉਹਨਾਂ ਦੇ ਜਿਹੜੇ MLA ਹੁੰਦੇ ਉਹਨਾਂ ਨੂੰ ਥਾਂ ਥਾਂ ਤੇ ਘੇਰਿਆ ਜਾਂਦਾ। ਅੱਜ ਵੀ ਇਦਾਂ ਦੀਆਂ ਘਟਨਾਵਾਂ ਦੇ ਬਾਰੇ ਖਬਰਾਂ ਆਈਆਂ ਹੈਗੀਆਂ। ਪੰਜਾਬ ਵਿੱਚ ਦੇਖੋ ਤੁਸੀਂ ਅਬੋਹਰ ਵਾਲੇ MLA ਦੇ ਨਾਲ ਕੀ ਮਲੋਟ 'ਚ ਕੀ ਹੋਇਆ, ਉਹਦੇ ਕੱਪੜੇ ਤੱਕ ਪਾੜੇ ਗਏ। ਕੱਪੜੇ ਵੀ ਇਸ ਕਰਕੇ ਨਹੀਂ ਪਾੜੇ ਗਏ ਕਿ ਉਹ ਬੀਜੇਪੀ ਦਾ ਲੀਡਰ ਸੀ, ਕੱਪੜੇ ਇਸ ਕਰਕੇ ਵੀ ਪਾੜੇ ਗਏ ਕਿ ਉਹਨੇ ਸ਼ਰਾਰਤ ਵੀ ਬੜੀ ਗੰਦੀ ਕੀਤੀ ਸੀ। ਇਹੋ ਜਿਹੀ ਗੰਦੀ ਸ਼ਰਾਰਤ ਪਿੰਡ ਦੀ ਪਰਦੇ 'ਚ ਕੋਈ ਕਰੇ ਤਾਂ ਉੱਥੇ ਵੀ ਇਹੋ ਕੁਛ ਹੀ ਹੁੰਦਾ। ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਜਾਣਾ ਔਖਾ ਹੋ ਰਿਹਾ ਹੈ, ਉਹਨਾਂ ਦੇ ਲੀੜੇ ਪਾੜੇ ਜਾ ਰਹੇ ਆ, ਉਹਨਾਂ ਦੇ ਜਹਾਜ਼ ਨਹੀਂ ਉਤਰਨ ਦਿੱਤੇ ਜਾ ਰਹੇ। ਪਰ ਜੇ ਦੂਜੇ ਪਾਸੇ ਯੂਪੀ ਦੇ ਵਿੱਚ ਬਲਾਕ ਦੀਆਂ ਜਿਹੜੀਆਂ ਚੋਣਾਂ ਹੋਈਆਂ ਤਾਂ ਉਹਦੇ ਵਿੱਚ ਜਿਹੜੀ ਬੀਜੇਪੀ ਵੱਡੇ ਫਰਕ ਨਾਲ ਜਿੱਤੀ ਹੈ, ਕੀ ਮਾਇਨੇ ਆ, ਕੀ ਲੋਕਾਂ ਦਾ ਕੀ ਨਜ਼ਰੀਆ ਬੀਜੇਪੀ ਪ੍ਰਤੀ? ਕਿਉਂਕਿ ਇੱਕ ਪਾਸੇ ਤਾਂ ਉਹਨਾਂ ਨੂੰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਵੜਨ ਨਹੀਂ ਦਿੱਤਾ ਜਾ ਰਿਹਾ, ਦੇਖੋ ਉਹਨਾਂ ਨੂੰ ਗਾਲੀ ਗਲੋਚ ਹੋ ਰਿਹਾ, ਲੀੜੇ ਪਾੜੇ ਜਾ ਰਹੇ, ਤੇ ਦੂਜੇ
ਵਾਸਤੇ ਬੀਜੇਪੀ ਦੀ ਫਿਰ ਜਦ ਤੱਕ ਕੀ ਮਾਇਨੇ ਕੀ ਇਹ ਗੱਲ ਜੇ ਏਦਾਂ ਹੀ ਸੁਣੀ ਜਾਵੇ ਤਾਂ ਲੱਗਦਾ ਕਿ ਬੜੀ ਵੱਡੀ ਗੱਲ ਹੈ ਕਿ ਬੀਜੇਪੀ ਦੀ ਇੰਨੀ ਵੱਡੀ ਜਿੱਤ ਹੋਣ ਦੇ ਪਿੱਛੇ ਕਾਰਨ ਤਾਂ ਇਹੀ ਹੋਊਗਾ ਕਿ ਲੋਕੀ ਸਰਕਾਰ ਤੋਂ ਖੁਸ਼ ਹੈ, ਤਸੱਲੀ ਹੈ ਸਰਕਾਰ ਤੋਂ। ਬਿਲਕੁਲ ਹਾਂਜੀ, ਸਰਕਾਰ ਦੀਆਂ ਸਕੀਮਾਂ ਦੀ ਉਹਨਾਂ ਨੂੰ ਸੈਟਿਸਫੈਕਸ਼ਨ ਹੈਗੀ। ਪਰ ਇਹ ਅਸਲੀਅਤ ਉਲਟ ਗੱਲ ਹੈ। ਥੋੜਾ ਚਿਰ ਪਹਿਲਾਂ ਹੀ ਜਦੋਂ ਪੰਜਾਬ ਦੇ ਵਿੱਚ ਜਿਹੜੀਆਂ ਮਿਊਨਿਸਪਲ ਚੋਣਾਂ ਹੋਈਆਂ ਸੀਗੀਆਂ, ਉਦੋਂ ਯੂਪੀ 'ਚ ਵੀ ਹੋਈਆਂ ਸੀ ਪੰਚਾਇਤੀ ਚੋਣਾਂ। ਪੰਚਾਇਤੀ ਚੋਣਾਂ ਦੇ ਵਿੱਚ ਜਿਸ ਵੱਡੇ ਪੱਧਰ ਤੇ ਬੀਜੇਪੀ ਦੀ ਹਾਰ ਹੋਈ ਸੀ ਔਰ ਜਿੰਨੀ ਵੱਡੀ ਨਮੋਸ਼ੀ ਝੱਲਣੀ ਪਈ ਸੀ, ਉਹ ਵੀ ਯੋਗੀ ਮੋਦੀ ਸਭ ਨੂੰ ਪਤਾ। ਤੁਸੀਂ ਸਾਰਿਆਂ ਨੇ ਖਬਰਾਂ ਸੁਣੀਆਂ ਸੀਗੀਆਂ। ਹੁਣ ਰਾਤੋਂ ਰਾਤ ਏਦਾਂ ਦਾ ਕਿਹੜਾ ਹੋ ਗਿਆ ਕਿ ਉਦੋਂ ਤਾਂ ਉਹਨਾਂ ਦੀ ਹਾਰ ਹੋ ਗਈ ਤੇ ਹੁਣ ਜਿੱਤ ਹੋ ਗਈ। ਇੱਥੇ ਵੀ ਵੋਟਾਂ ਲੁੱਟ ਹੋਈਆਂ। ਉੱਤਰ ਪ੍ਰਦੇਸ਼ ਦਾ ਕੋਈ ਸ਼ਹਿਰ ਏਦਾਂ ਦਾ ਨਹੀਂ, ਕੋਈ ਕਸਬਾ ਏਦਾਂ ਦਾ ਨਹੀਂ ਜਿੱਥੇ ਇਲੈਕਸ਼ਨ ਦੇ ਦੌਰਾਨ ਖੱਪ ਨਾ ਪਈ ਹੋਵੇ, ਕੁੱਟ ਕਟਾਪਾ ਨਾ ਹੋਇਆ ਹੋਵੇ। ਪੁਲਿਸ ਨੇ ਆਮ ਲੋਕਾਂ ਨੂੰ ਉਹਨਾਂ ਦੇ ਬਖੀਏ ਉਧੇੜਤੇ, ਉਹਨਾਂ ਦੇ ਚਮੜੀ ਉਧੇੜਤੀ ਫੜ ਕੇ। ਉਹਦੇ ਪਿੱਛੇ ਕਾਰਨ ਕੀ ਸੀ? ਇੱਕੋ ਹੀ ਮਨਸ਼ਾ ਇੱਕੋ ਸੀ ਕਿ ਵੋਟਾਂ ਜਿੱਤਣੀਆਂ, ਲੁੱਟਣੀਆਂ, ਜਿੱਦਾਂ ਮਰਜ਼ੀ ਲੁੱਟੀਆਂ। ਮਤਲਬ ਕਿ ਲੋਕਾਂ ਦੇ ਵਿੱਚ ਇਹ ਮਤਲਬ ਸ਼ੀਸ਼ਾ ਦਿਖਾਉਣ ਦੀ ਗੱਲ ਕੀਤੀ ਗਈ ਹੈ ਕਿ ਜੇ ਜਿਹੜੇ ਆਪਾਂ ਕਿਸਾਨਾਂ ਦੀ ਗੱਲ ਕਰ ਰਹੇ ਕਿ ਕਿਸਾਨ ਤਾਂ ਐਵੇਂ ਹੀ ਬੋਲੀ ਜਾ ਰਹੇ ਆ, ਲੋਕ ਤਾਂ ਸਾਨੂੰ ਪਸੰਦ ਕਰ ਰਹੇ ਆ। ਕਿਸਾਨ ਤਾਂ ਦੱਸਣਗੇ ਜੀ। ਹੁਣ ਕਿਸਾਨਾਂ ਨੇ ਵੀ ਤਿਆਰੀ ਉਸ ਤਰੀਕੇ ਦੀ ਕੀਤੀ ਹੋਈ ਹੈ। ਜੇ ਪੰਜਾਬ ਵਿੱਚ ਅਗਲੇ ਵਰੇ ਇਲੈਕਸ਼ਨ ਹੋਣੀ ਸ਼ੁਰੂ ਵਿੱਚ, ਯੂਪੀ 'ਚ ਵੀ ਨਾਲ ਹੀ ਹੋਣੀ। ਕਿਸਾਨਾਂ ਨੇ ਤਾਂ ਕਹਿ ਦਿੱਤਾ ਕਿ ਜੋ ਹਸ਼ਰ ਅਸੀਂ ਬੀਜੇਪੀ ਦਾ ਬੰਗਾਲ ਵਿੱਚ ਕਰਕੇ ਆਏ ਆ, ਉਦੋਂ ਬੁਰਾ ਯੂਪੀ 'ਚ ਕਰਾਂਗੇ। ਫਿਰ ਇਹਨਾਂ ਨੂੰ ਪਤਾ ਲੱਗ ਚੁੱਕੀ ਹੈ। ਜੇ ਕਿਸਾਨਾਂ ਦਾ ਮੁੱਦਾ ਇਹ ਵੀ ਹੁੰਦਾ, ਹੁਣ ਸ਼ਾਇਦ ਕਿਸਾਨ ਵੀ ਅਵੇਸਲੇ ਹੋ ਗਏ ਕਿ ਜੇ ਪੰਚਾਇਤੀ ਚੋਣਾਂ ਦੇ ਵਿੱਚ ਲੋਕਾਂ ਨੇ ਬੀਜੇਪੀ ਨੂੰ ਮੂੰਹ ਨਹੀਂ ਲਾਇਆ, ਹਾਰ ਦਾ ਮੂੰਹ ਵੇਖਣਾ ਪਿਆ, ਤੇ ਬਲਾਕ ਦੀਆਂ ਚੋਣਾਂ ਸ਼ਾਇਦ ਵੀ ਏਦਾਂ ਹੀ ਹੋਣਗੀਆਂ। ਪਰ ਇਹ ਕਹਿ ਲਓ ਵੀ ਉੱਥੋਂ ਦੀਆਂ ਰਾਜਸੀ ਪਾਰਟੀਆਂ ਵੀ ਥੋੜੀਆਂ ਅਵੇਸਲੀਆਂ ਹੋ ਗਈਆਂ, ਕਿਸਾਨ ਵੀ ਅਵੇਸਲੇ ਹੋ ਗਏ ਤੇ ਬੀਜੇਪੀ ਨੂੰ ਮੌਕਾ ਮਿਲ ਗਿਆ ਵੋਟਾਂ ਲੁੱਟਣ ਦਾ। ਉਹਨਾਂ ਲੁੱਟ ਲਈਆਂ। ਲੁੱਟ ਕੇ ਉਹਨਾਂ ਨੇ ਹੁਣ ਡਿਕਲੇਅਰ ਕਰਤਾ ਕਿ ਅਸੀਂ ਇਸ ਬਲਾਕ ਚੋਂ ਇੰਨੇ ਸਾਡੇ ਮੈਂਬਰ ਬਣ ਗਏ, ਇਸ ਬਲਾਕ ਚੋਂ ਸਾਡੇ ਇੰਨੇ ਮੈਂਬਰ ਬਣ ਗਏ। ਪਰ ਇੱਕ ਗੱਲ ਸਾਫ਼ ਹੈ, ਕਿਸੇ ਵੀ ਸ਼ਹਿਰ ਵਿੱਚ, ਕਿਸੇ ਵੀ ਬਲਾਕ ਵਿੱਚ ਵੋਟਾਂ ਇਮਾਨਦਾਰੀ ਨਾਲ ਨਹੀਂ ਪਈਆਂ। ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਇਸ ਕੋਸ਼ਿਸ਼ ਦੇ ਉੱਤੇ ਕਿ ਵੋਟਾਂ ਤੁਸੀਂ ਲੁੱਟ ਰਹੇ ਹੈਗੇ ਆ, ਕਿੰਤੂ ਪਰੰਤੂ ਕੀਤਾ, ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ, ਜਲੀਲ ਕੀਤਾ ਗਿਆ। ਬਹੁਤ ਸਾਰੇ ਲੋਕਾਂ ਦੇ ਕੇਸ ਬਣਾ ਦਿੱਤੇ ਗਏ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟ ਦਿੱਤਾ ਗਿਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੇ ਇਹ ਕਿਸਾਨਾਂ ਨੂੰ ਚੌਕਸ ਕਰ ਦੇਣਾ ਕਿ ਜੇ ਇਸੇ ਬਦਮਾਸ਼ੀ ਨਾਲ, ਇਸੇ ਰੌਂ ਵਿੱਚ ਬੀਜੇਪੀ ਨੇ ਉੱਤਰ ਪ੍ਰਦੇਸ਼ ਦੀ ਅਸੈਂਬਲੀ ਦੀਆਂ ਇਲੈਕਸ਼ਨਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗੜਬੜ, ਤਾਂ ਫਿਰ ਕਿਸਾਨ ਉਹਨਾਂ ਨੂੰ ਸਪੇਅਰ ਨਹੀਂ ਕਰਨਗੇ। ਕਿਸਾਨ ਉੱਥੇ ਤਿੱਖਾ ਵਿਰੋਧ ਕਰਨ ਜਾ ਰਿਹਾ। ਇਹ ਬੀਜੇਪੀ ਦੇ ਤਾਰੇ ਵਿਖਾ ਦਿੰਦੇ। ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀ ਦਾ ਜਿਹੜਾ ਮੂੰਹ ਮਹਾਂਦਰਾ ਬਦਲ ਜਾਊਗਾ। ਯੋਗੀ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਡਿਕਟੇਟਰ ਸਮਝਦਾ, ਉਂਝ ਉਹਨੇ ਮੋਦੀ ਦੇ ਹੀ ਵੀ ਗੋਡਣੀਆਂ ਲਵਾਤੀਆਂ ਪਿਛਲੇ ਸਮੇਂ ਦੇ ਵਿੱਚ ਜਦੋਂ ਯੋਗੀ ਨੂੰ ਬਦਲਣ ਦੀ ਗੱਲ ਕੀਤੀ ਗਈ। ਕਿਉਂਕਿ ਉੱਤਰਾਖੰਡ ਵਿੱਚ ਤਾਂ ਬਹੁਤ ਛੇਤੀ ਤਬਦੀਲੀ ਲਿਆਉਂਦੇ ਆ, ਕਦੀ ਕਿਸੇ ਨੂੰ ਮੁੱਖ ਮੰਤਰੀ ਬਣਾਉਂਦੇ, ਕਦੀ ਕਿਸੇ ਨੂੰ ਮੁੱਖ ਮੰਤਰੀ ਬਣਾਉਂਦੇ। ਉੱਤਰ ਪ੍ਰਦੇਸ਼ ਵਿੱਚ ਵੀ ਇਦਾਂ ਦੀ ਕੋਸ਼ਿਸ਼ ਕੀਤੀ ਗਈ ਸੀ। ਯੋਗੀ ਨੇ ਮੋਦੀ ਨੂੰ ਨੇੜੇ ਨਹੀਂ ਲੱਗਣ ਦਿੱਤਾ, ਨਾ ਮੋਦੀ ਨੂੰ, ਨਾ ਮੋਦੀ ਦੇ ਅਮਿਤ ਸ਼ਾਹ। ਹੁਣ ਯੋਗੀ ਇਸ ਗੱਲ ਤੇ ਆਪਣੇ ਆਪ ਨੂੰ ਬਹੁਤ ਸਟਰੋਂਗ ਸਮਝਦਾ ਕਿ ਮੈਂ ਕੁਝ ਵੀ ਕਰ ਸਕਦਾ। ਇਹ ਵੋਟਾਂ ਦੇ ਨਤੀਜੇ ਉਹਦੇ ਹਉਮੈ ਦਾ ਨਤੀਜਾ ਹੈ। ਅਸਲ 'ਚ ਵੋਟਾਂ ਦੇ ਨਤੀਜੇ ਨਹੀਂ ਹੈਗੇ, ਉਹਦੀ ਹਉਮੈ ਦਾ ਨਤੀਜਾ ਕਿ ਦੇਖੋ ਮੈਂ ਤਾਂ ਬੀਜੇਪੀ ਨੂੰ ਐਡੀ ਵੱਡੀ ਜਿੱਤ ਦਿਵਾਤੀ ਹੈ। ਪਰ ਉਹ ਭੁੱਲ ਗਿਆ ਕਿ ਪੱਛਮੀ ਬੰਗਾਲ ਦੇ ਵਿੱਚ ਜਿੱਥੇ ਪੂਰਾ ਨਾਮ ਲਸ਼ਕਰ, ਪੂਰੇ ਭਾਰਤ ਦੀ ਬੀਜੇਪੀ ਜਿਹੜੀ ਉੱਥੇ ਝੋਕੀ ਹੋਈ ਸੀਗੀ, ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਲੇ ਪੱਧਰ ਤੱਕ, ਉਹ ਇਹਦੇ ਬਾਵਜੂਦ ਵੀ ਉੱਥੋਂ ਇਲੈਕਸ਼ਨ ਹਾਰ ਗਏ, ਬੁਰੀ ਤਰ੍ਹਾਂ ਹਾਰ ਗਏ। ਔਰ ਜਿਹੜੇ ਜਿੱਤੇ ਵੀ ਆ ਉਹ ਵੀ ਭੱਜੂਗਾ ਉੱਥੋਂ, ਉਹ ਬੀਜੇਪੀ 'ਚ ਰਹਿਣਾ ਨਹੀਂ ਚਾਹੁੰਦੇ, ਭਾਵੇਂ ਐਮਐਲਏ ਬਣ ਗਏ। ਪਰ ਯੂਪੀ ਵਿੱਚ ਇਸ ਤਰ੍ਹਾਂ ਨਹੀਂ ਹੋਣਾ। ਆਉਣ ਵਾਲੇ ਦਿਨ ਜਿਹੜੇ ਆ ਉਹ ਇੱਕ ਵੱਖਰਾ ਰੂਪ ਲੈ ਕੇ ਸਾਹਮਣੇ ਆਉਣਗੇ। ਸਮੇਂ ਦੀ ਘਾਟ ਕਰਕੇ ਸਾਨੂੰ ਪ੍ਰੋਗਰਾਮ ਆ ਜਿਹੜਾ ਇੱਥੇ ਹੀ ਸਮੇਟਣਾ ਪੈਣਾ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਸਤਿਕਾਰ। ਤੁਸੀਂ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਥੈਂਕ ਯੂ ਵੈਰੀ ਮਚ। ਜੇਕਰ ਤੁਹਾਡੇ ਕੋਈ ਇਸ਼ੂਜ਼ ਨੇ, ਤੁਹਾਡੇ ਕੋਈ, ਤੁਸੀਂ ਸਾਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੋਈ ਤੁਹਾਡੇ ਤੌਖਲੇ ਨੇ, ਤਾਂ ਤੁਸੀਂ ਆਪਣਾ ਜਿਹੜਾ ਹੈਗਾ ਸੁਝਾਅ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਹੋ। ਤਾਂ ਉਸ ਦੇ ਅਸੀਂ ਗੌਰ ਜ਼ਰੂਰ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮੇਟਣ ਦੀ ਸਾਨੂੰ ਦਿਓ ਆਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਦੇਖਦੇ ਰਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼। ਸਤਿ ਸ਼੍ਰੀ ਅਕਾਲ।